सच है भी सच नानक होसी भी सच। वाहिगुरु जी का खालसा वाहिगुरु जी की फतेह। हाँ जी, ਆਪਾਂ ਸਾਰੇ ਚੌਪਈ ਸਾਹਿਬ ਬਾਣੀ ਦੀ ਸੰਥਿਆ ਸਰਵਣ ਕਰਨ ਵਾਸਤੇ ਇਕੱਤਰਿਤ ਹੋਏ ਹਾਂ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਬਹੁਤ ਸੋਹਣੇ ਢੰਗ ਦੇ ਨਾਲ ਇਹ ਥਾਂ ਆਪਣੀ ਵਿਛਾਈ ਕੀਤੀ ਹੋਈ ਆ, ਉਸ ਦੇ ਉੱਪਰ ਇੱਕ ਵਿਸ਼ੇਸ਼ ਤੌਰ 'ਤੇ ਕੱਪੜਾ ਵਿਛਾਇਆ। ਉਸ ਦੇ ਉੱਪਰ ਫਿਰ ਰੇਲਾਂ ਰੱਖੀਆਂ ਹੋਈਆਂ ਨੇ। ਰੇਲਾਂ ਦੇ ਉੱਪਰ ਜਿਹੜੇ ਛੋਟੇ ਤੌਲੀਏ ਰੱਖੇ ਹੋਏ ਨੇ, ਉਹਨਾਂ ਦੇ ਉੱਪਰ ਆਪਾਂ ਇਹ ਜੋ ਸੈਂਚੀਆਂ ਪੋਥੀ ਸਾਹਿਬ ਹੈ, ਜਿਸ ਨੂੰ ਗੁਟਕਾ ਸਾਹਿਬ ਵੀ ਆਪਾਂ ਕਹਿ ਦਿੰਦੇ ਹਾਂ, ਇਹ ਆਪਾਂ ਸੁਭਾਏਮਾਨ ਕੀਤੇ ਹੋਏ ਨੇ। ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਦਾ ਸਤਿਕਾਰ ਅੱਜ ਦੇ ਦਿਨ, ਅੱਜ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ, 1661 ਬਿਕਰਮੀ ਸੰਮਤ 1604 ਈਸਵੀ ਨੂੰ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਜੀ ਦੇ ਵਿੱਚ ਕੀਤਾ। ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਸਨ। ਹੁਕਮਨਾਮਾ ਸੂਹੀ ਰਾਗ ਦੇ ਵਿੱਚੋਂ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਇਹ ਹੁਕਮਨਾਮਾ ਆਇਆ ਸੀ ਉਸ ਵੇਲੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਵਾਸਤੇ ਸੁੰਦਰ ਵਿਛਾਈਆਂ, ਸੁੰਦਰ ਮੰਜੀ ਸਾਹਿਬ ਬਿਲਕੁਲ ਤਿਆਰੀ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਸੰਗਤਾਂ ਦੇ ਨਾਲ ਦਰੀਆਂ 'ਤੇ ਬੈਠੇ ਸਨ। ਸਿੱਖਾਂ ਨੇ ਵਚਨ ਕਿਹਾ ਸੀ, ਸਤਿਗੁਰੂ ਜੀ ਤੁਸੀਂ ਸਮਰੱਥ ਗੁਰੂ ਹੋ, ਵਰਤਮਾਨ ਸਮੇਂ ਦੇ ਜਗਤ ਗੁਰੂ ਹੋ, ਇਸ ਕਾਰਨ ਕਰਕੇ ਤੁਹਾਡੇ ਵਾਸਤੇ ਕੋਈ ਸੁੰਦਰ ਪਲੰਘਾ ਜਾਂ ਸਿੰਘਾਸਨ, ਕੋਈ ਵਿਸ਼ੇਸ਼ ਤੌਰ 'ਤੇ ਆਸਨ ਲਾ ਦਿੱਤਾ ਜਾਵੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨਹੀਂ, ਗੁਰਬਾਣੀ ਦੇ ਨਾਲੋਂ ਕੋਈ ਵੀ ਦੁਨੀਆ ਦੇ ਵਿੱਚ ਵੱਡਾ ਨਹੀਂ ਹੈ। ਇਹ ਜਿਹੜਾ ਸਥੂਲ ਸਰੀਰ ਆ ਸਾਡਾ, ਇਹ 5 ਤੱਤਾਂ ਦਾ ਬਣਿਆ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ, ਗੁਰਬਾਣੀ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦਾ ਹਿਰਦਾ। ਜਿਹੜੇ ਸਰੀਰ ਨੇ ਇਹ ਨਾਸਵੰਤ ਨੇ, ਇੱਕੋ ਸਮੇਂ ਦੇ ਵਿੱਚ ਸਾਰਿਆਂ ਥਾਵਾਂ 'ਤੇ ਸਥੂਲ ਸਰੀਰ ਨੂੰ ਕੋਈ ਵੇਖ ਨਹੀਂ ਸਕਦਾ, ਕੋਈ ਦਰਸ਼ਨ ਨਹੀਂ ਕਰ ਸਕਦਾ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਇਹ ਸਾਰੇ ਗੁਰੂ ਸਾਹਿਬਾਨਾਂ ਦਾ ਹਿਰਦਾ, ਇਹ ਹਿਰਦੇ ਦੇ ਵਿੱਚੋਂ ਨਿਕਲੇ ਹੋਏ ਬੋਲ ਆ, ਬਚਨ ਆ। ਸਤਿਗੁਰੂ ਮਹਾਰਾਜ ਜੀ ਨੇ ਉਹ ਬਚਨ ਜਿਹੜੇ ਕਹੇ ਸਨ, ਇਤਿਹਾਸ ਦੇ ਵਿੱਚ ਲਿਖੇ ਹੋਏ ਨੇ। ਸ੍ਰੀ ਗੁਰ ਕੇਰ ਸਰੀਰ ਜੋਊ, ਸਭ ਥਾਨ ਸਮੈ ਸਭ ਨਾਮ ਦਰਸੈ ਹੈ। ਗੁਰੂ ਗ੍ਰੰਥ ਹਰਿਦਾ ਗੁਰ ਕੋ ਇਹ ਜਾਨੋ, ਹੁਕਮ ਹੈ ਸਭ ਕਾਲ ਰਹੇ ਹੈ। ਮੇਰੇ ਸਰੂਪ ਤੇ ਜਾਂਤੇ ਹੈ ਦੀਰਘ, ਸਾਹਿਬ ਜਾਨ ਅਦੈਬ ਕਹਿ ਹੈ। ਪੂਜੋ ਚੰਦਨ ਕੇਸਰ ਕੋ ਘਸ, ਧੂਪ ਤੁਖਾਏ ਕੈ ਫੂਲ ਚੜ੍ਹਾਇ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਸਤਿਕਾਰ ਕਰਨ ਦੀ ਆਗਿਆ ਗੁਰਸਿੱਖਾਂ ਨੂੰ ਕੀਤੀ ਸੀ। ਅੱਜ ਦੇ ਦਿਨ, ਇਹ ਅੱਜ ਦਾ ਦਿਨ ਵਿਸ਼ੇਸ਼ ਆ। ਮੈਂ ਤਾਂ ਆਪ ਜੀ ਨੂੰ ਬੇਨਤੀ ਇਹ ਕਰ ਰਿਹਾ, ਗੁਰਬਾਣੀ ਦਾ ਸਾਨੂੰ ਵੱਧ ਤੋਂ ਵੱਧ ਆਦਰ ਤੇ ਸਤਿਕਾਰ ਕਰਨਾ ਚਾਹੀਦਾ। ਫਿਰ ਸਤਿਗੁਰੂ ਮਹਾਰਾਜ ਜੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸਾਰਾ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰਿਹਾ, ਚੌਰ ਸਾਹਿਬ ਹੋਇਆ। ਤੁਹਾਨੂੰ ਉਹ ਵੀ ਅੱਜ ਭਾਈ ਨਵਪ੍ਰੀਤ ਸਿੰਘ ਜੀ ਨੇ ਸਵੇਰੇ ਕਥਾ ਦੇ ਵਿੱਚ ਗੁਰਮਤਿ ਵਿਚਾਰਾਂ ਦੇ ਵਿੱਚ ਸੁਣਾਇਆ ਸੀ। ਬਾਬਾ ਮੋਹਨ ਜੀ ਦੇ ਪਾਸੋਂ ਜਿਸ ਵੇਲੇ ਗੋਇੰਦਵਾਲ ਤੋਂ ਪੋਥੀਆਂ ਲੈਣ ਵਾਸਤੇ ਗਏ ਸੀ ਗੁਰਬਾਣੀ ਦੀਆਂ, ਤਾਂ ਸਤਿਗੁਰੂ ਮਹਾਰਾਜ ਨੰਗੇ ਪੈਰੀਂ ਗਏ ਸੀ। ਉਸ ਵੇਲੇ ਬਹੁਤ ਵਿਖੜੇ ਰਸਤੇ ਸੀ, ਕੋਈ ਅੱਜ ਕੱਲ੍ਹ ਵਾਂਗੂ ਸੜਕਾਂ ਨਹੀਂ ਸਨ, ਸਾਫ਼ ਨਹੀਂ ਸਨ ਰਸਤੇ, ਕੰਡਿਆਲੀਆਂ, ਝਾੜੀਆਂ, ਪੱਗ ਡੰਡੀਆਂ, ਜੰਗਲੀ ਇਲਾਕੇ, ਇਹਨਾਂ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਨੰਗੇ ਚਰਨੀ ਗਏ ਸੀ। ਨਾਲ ਗੁਰਸਿੱਖਾਂ ਦਾ ਜਥਾ ਸੀ ਅਤੇ ਉਸ ਵੇਲੇ ਸੰਗਤਾਂ ਦੇ ਸਮੇਤ ਸਤਿਗੁਰੂ ਮਹਾਰਾਜ ਜੀ ਗਏ। ਜਾ ਕੇ ਬਾਬਾ ਮੋਹਨ ਜੀ ਦੇ ਪਾਸੋਂ ਪੋਥੀਆਂ ਜਿਹੜੀਆਂ ਸਨ ਉਹ ਲਈਆਂ।
ਤੇ ਉਸ ਵੇਲੇ ਸੁੰਦਰ ਪਾਲਕੀ ਦੇ ਵਿੱਚ ਉਹ ਪੋਥੀਆਂ ਲੈ ਕੇ ਆਏ ਸੀ। ਸਤਿਗੁਰੂ ਮਹਾਰਾਜ ਆਪ ਚੌਰ ਸਾਹਿਬ ਕਰਦੇ ਰਹੇ ਤੇ ਉਸ ਵੇਲੇ ਜਿਹੜੀ ਪਾਲਕੀ ਦੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਆਏ, ਅੱਜ ਉਹ ਪਾਲਕੀ ਗੋਇੰਦਵਾਲ ਸਾਹਿਬ ਦੇ ਵਿੱਚ ਪਈ ਆ। ਜਦੋਂ ਵੀ ਕਿਤੇ ਆਪ ਜੀ ਗੋਇੰਦਵਾਲ ਸਾਹਿਬ ਦਰਸ਼ਨ ਕਰੋ ਤਾਂ ਉਹ ਪਾਲਕੀ ਦੇ ਦਰਸ਼ਨ ਹੁੰਦੇ ਆ। ਅੱਜ ਵੀ ਉਹ ਪਾਲਕੀ ਦੇਖੀ ਜਾ ਸਕਦੀ ਹੈ। ਫਿਰ ਸਤਿਗੁਰੂ ਮਹਾਰਾਜ ਜੀ ਨੇ ਰਾਮਸਰ ਸਰੋਵਰ ਦੇ ਕਿਨਾਰੇ ਤੇ ਚਲੋ ਸਰੂਪ ਲਿਖਵਾਇਆ। ਭਾਈ ਗੁਰਦਾਸ ਸਾਹਿਬ ਜੀ, ਭਾਈ ਬੰਨੂ ਜੀ, ਹੋਰ ਗੁਰਸਿੱਖ ਲਿਖਾਰੀ ਲੱਗੇ ਸਿਆਹੀ ਬਣਾਉਣ ਵਾਸਤੇ ਤੇ ਕਲਮਾਂ ਘੜ ਕੇ ਦੇਣ ਵਾਸਤੇ। ਇੱਦਾਂ 2-3 ਗੁਰਸਿੱਖਾਂ ਦੀ ਹੋਰ ਸਹਾਇਤਾ ਦੇ ਨਾਲ ਇਹ ਗੁਰਬਾਣੀ ਦਾ ਸਰੂਪ ਲਿਖਿਆ ਗਿਆ। ਤਾਂ ਉਸ ਵੇਲੇ ਸਾਰਾ ਦਿਨ ਗੁਰਬਾਣੀ ਦਾ ਜਿਹੜਾ ਸਰੂਪ ਸੀ ਪ੍ਰਕਾਸ਼ ਕਰਕੇ ਹਰਿਮੰਦਰ ਸਾਹਿਬ ਦੇ ਵਿੱਚ ਹੋਇਆ ਤੇ ਸੰਗਤਾਂ ਦਰਸ਼ਨ ਕਰਦੀਆਂ ਰਹੀਆਂ। ਜਦੋਂ ਸ਼ਾਮ ਦਾ ਸਮਾਂ ਹੋਇਆ, ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਸੀ, ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਿਰਾਜਮਾਨ ਕਿੱਥੇ ਕਰਨਾ? ਤਾਂ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸੀ, ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਦੇ ਵਿੱਚ ਕੋਈ ਨਿਵੇਕਲਾ ਸਥਾਨ ਆ, ਅੱਜ ਤੱਕ ਇਹੋ ਜਿਹਾ ਦੁਨੀਆ ਦੇ ਵਿੱਚ ਕੋਈ ਟਿਕਾਣਾ ਨਹੀਂ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ। ਕਹਿੰਦੇ ਇਸੇ ਤਰ੍ਹਾਂ ਜਿਹੜਾ ਗੁਰਬਾਣੀ ਦਾ ਸਰੂਪ ਆ, ਇਹਦੇ ਵਰਗਾ ਵੀ ਦੁਨੀਆ ਦੇ ਵਿੱਚ ਕੋਈ ਨਹੀਂ ਹੈ। ਇਹ ਬਚਨ ਉਸ ਵੇਲੇ ਸਤਿਗੁਰੂ ਜੀ ਨੇ ਕਹੇ ਸੀ। ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸੀ, ਜਿਸੈ ਥਾਨ ਹੈ ਰਹਿਣ ਹਮਾਰਾ। ਜਿੱਥੇ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਨਾਲ ਇੱਕ ਕਮਰਾ ਬਣਿਆ ਹੋਇਆ, ਉਸ ਨੂੰ ਕੋਠਾ ਸਾਹਿਬ ਕਹਿੰਦੇ ਆ। ਕਈ ਗੁਰਸਿੱਖ ਉਸ ਨੂੰ ਬ੍ਰਹਮ ਕੁਟੀਆ ਵੀ ਕਹਿੰਦੇ ਨੇ। ਉਹ ਕੋਠਾ ਸਾਹਿਬ ਇਸ ਕਾਰਨ ਕਰਕੇ ਕਹਿੰਦੇ ਸੀ, ਜਿਸ ਵੇਲੇ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੀ ਸੇਵਾ ਹੋਈ ਹੈ, ਵਿੱਚੋਂ ਮਿੱਟੀ ਕੱਢੀ ਗਈ, ਉਸ ਵੇਲੇ ਆਸੇ ਪਾਸੇ ਉੱਚੇ ਥਾਂ ਹੋ ਗਏ ਸਨ। ਉਹ ਇੱਕ ਥਾਂ ਤੇ ਢੇਰ ਲਾਇਆ ਗਿਆ ਮਿੱਟੀ ਦਾ, ਉਸ ਨੂੰ ਬਿਲਕੁਲ ਸਾਫ਼ ਕਰਕੇ ਪੱਧਰ ਕਰਕੇ ਉੱਥੇ ਇੱਕ ਕਮਰਾ ਬਣਾਇਆ ਸੀ, ਜਿਸ ਦੇ ਵਿੱਚ ਸਾਰੇ ਪਾਸਿਆਂ ਤੋਂ ਵਧੀਆ ਤਰੀਕੇ ਦੇ ਨਾਲ ਉਹ ਹਵਾਦਾਰ ਕਮਰਾ ਬਣੇ। ਜਿਸ ਤਰ੍ਹਾਂ ਹੁਣ ਇਹ ਕਮਰੇ ਨੇ ਆਪਣੇ ਸਾਰਿਆਂ ਦੀ ਹਵਾ ਦੀ ਕ੍ਰੋਸਿੰਗ ਹੁੰਦੀ ਹੈ। ਇਸ ਤਰ੍ਹਾਂ ਦੇ ਨਾਲ ਸਾਰੇ ਸਮਿਆਂ ਦੇ ਵਿੱਚ ਜਿਹੜਾ ਸੁਖਦਾਈ ਹੋਵੇ, ਉੱਥੇ ਸਤਿਗੁਰੂ ਮਹਾਰਾਜ ਜੀ ਆਪ ਬੈਠ ਕੇ ਹਰਿਮੰਦਰ ਸਾਹਿਬ ਤੇ ਸੰਗਤਾਂ ਦੀ ਨਿਗਰਾਨੀ ਕਰਿਆ ਕਰਦੇ ਸੀ। ਮਹਾਰਾਜ ਕਹਿੰਦੇ, ਜਿਸ ਥਾਂ ਤੇ ਅਸੀਂ ਰਾਤ ਨੂੰ ਵਿਰਾਜਮਾਨ ਹੁੰਦੇ ਹਾਂ, ਉਸ ਥਾਂ ਤੇ ਪਲੰਘੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਿਰਾਜਮਾਨ ਕੀਤਾ ਜਾਵੇ। ਭਾਵੇਂ ਕੁਝ ਗੁਰਸਿੱਖਾਂ ਦੀ ਇਹ ਵਿਚਾਰ ਆ ਵੀ ਉਸ ਵੇਲੇ ਇਹਨੂੰ ਆਦਿ ਗ੍ਰੰਥ ਕਹਿੰਦੇ ਸੀ, ਪਰ ਨਹੀਂ। ਜਦੋਂ ਅਸੀਂ ਮਹਾਰਾਜ ਦੀ ਗੁਰਬਾਣੀ ਪੜ੍ਹਦੇ ਹਾਂ, ਇਹ ਗੁਰਬਾਣੀ ਤਾਂ ਇਹ ਸਤਿਗੁਰੂ ਮਹਾਰਾਜ ਜੀ ਦੇ ਸਮੇਂ ਤੋਂ ਹੀ ਗੁਰੂ ਦਾ ਰੁਤਬਾ ਰੱਖਦੀ ਹੈ। ਜਿਹੜੀ ਸਰੀਰਕ ਤੌਰ ਤੇ ਮਰਜ਼ਾਦਾ ਉਹ 10ਵੇਂ ਪਾਤਸ਼ਾਹ ਜੀ ਨੇ ਹਜ਼ੂਰ ਸਾਹਿਬ ਕੀਤੀ ਹੈ। ਉਹ ਇੱਕ ਬਾਹਰੀ ਤੌਰ ਤੇ ਜਿਹੜੀ ਮਰਜ਼ਾਦਾ ਸੀ, 5 ਪੈਸੇ ਨਾਲੀਅਰ ਸ੍ਰੀ ਸਾਹਿਬ ਰੱਖ ਕੇ, ਉਹ ਇੱਕ ਬਾਹਰੀ ਤੌਰ ਤੇ ਮਰਜ਼ਾਦਾ 10ਵੇਂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਿੱਤੀ ਹੈ। ਪਰ ਉਂਝ ਕਿਉਂਕਿ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਵਚਨ ਆਉਂਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਵਚਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ। ਇਸ ਕਰਕੇ ਜਿਹੜੀ ਗੁਰਬਾਣੀ ਹੈ, ਇਹ ਗੁਰੂ ਸਾਹਿਬ ਦੇ ਹਿਰਦੇ ਚੋਂ, ਮੁਖ ਚੋਂ, ਮੁਖਾਰਬਿੰਦ ਚੋਂ ਨਿਕਲੀ ਹੋਈ ਹੈ। ਇਹ ਗੁਰੂ ਦਾ ਰੁਤਬਾ, ਗੁਰੂ ਦੇ ਵਿੱਚ ਅਤੇ ਵਚਨ ਸ਼ਬਦਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਵੀ ਗੁਰੂ ਦਾ ਸ਼ਬਦ ਹੀ ਸਤਿਗੁਰੂ ਆ ਤੇ ਸਤਿਗੁਰੂ ਹੀ ਗੁਰੂ ਦਾ ਸ਼ਬਦ ਰੂਪ ਹਨ। ਇਹ ਕਾਣੇ ਪੇਟੇ ਵਾਂਗ ਓਤ ਪੋਤ ਆ। ਇਸ ਤਰ੍ਹਾਂ ਦੇ ਨਾਲ ਹਜ਼ੂਰ ਨੇ ਫਿਰ ਪਲੰਘੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਖ ਆਸਨ ਕਰਵਾਇਆ। ਆਪ ਸਤਿਗੁਰੂ ਜੀ ਹੇਠਾਂ ਧਰਤੀ ਤੇ ਲੇਟੇ। ਗੁਰੂ ਗ੍ਰੰਥ ਆਦਰ ਕੇ ਹੇਤ ਭੂਤਲ ਸੈਨੇ ਗੁਰੂ ਸਮੇਤ। ਸਤਿਗੁਰੂ ਮਹਾਰਾਜ ਜੀ ਅੱਜ ਵੀ ਜਦੋਂ ਉੱਥੇ ਜਾਂਦੇ ਆ, ਇੱਕ ਸਤਿਗੁਰੂ ਜੀ ਦੇ ਉਹ ਸੰਕੇਤ ਦੇ ਤੌਰ ਤੇ ਹੇਠਾਂ ਇੱਕ ਚਾਦਰ ਵਿਛਾਈ ਜਾਂਦੀ ਆ ਕੋਠਾ ਸਾਹਿਬ ਦੇ ਵਿੱਚ। ਜਦੋਂ ਕਿਤੇ ਧਿਆਨ ਦੇ ਨਾਲ ਤੁਸੀਂ ਜਾ ਕੇ ਦਰਸ਼ਨ ਕਰਿਓ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸੁੱਖ ਆਸਨ ਦੇ ਵਸਤਰ ਨੇ, ਉਹ 5 ਤੁਰੇ ਆਉਂਦੇ ਨੇ। 5 ਵਸਤਰਾਂ ਦੇ ਵਿੱਚ ਮਹਾਰਾਜ ਨੂੰ ਸੁੱਖ ਆਸਨ ਕੀਤਾ ਜਾਂਦਾ। ਤੇ ਇਹ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਸਾਰੀ ਮਰਜ਼ਾਦਾ ਦੱਸੀ ਸੀ। ਗੁਰਬਾਣੀ ਸਾਡਾ ਗੁਰੂ ਆ, ਚਾਹੇ ਉਹ ਗੁਟਕੇ ਸਾਹਿਬ ਦੇ ਰੂਪ ਦੇ ਵਿੱਚ ਹੋਵੇ, ਚਾਹੇ ਉਹ ਸੈਂਚੀ ਦੇ ਰੂਪ ਵਿੱਚ ਹੋਵੇ, ਚਾਹੇ ਵੱਡੇ ਆਕਾਰ ਦੇ ਵਿੱਚ ਦੋਵੇਂ ਸੈਂਚੀਆਂ ਇਕੱਠੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹੋਵੇ। ਤੇ ਇਸ ਕਰਕੇ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਂਦੇ ਹਾਂ, ਉਸ ਵੇਲੇ ਭੈ ਤੇ ਭਾਵਨਾ ਦੇ ਨਾਲ ਜਿਹੜੀਆਂ ਆਪਾਂ ਇੱਧਰ ਕੋਈ ਗਲਤੀਆਂ ਕਰਦੇ ਹਾਂ, ਆਪਣੇ ਤੋਂ ਹੁੰਦੀਆਂ ਨੇ, ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਉਹ ਭੁੱਲਾਂ ਬਖਸ਼ਾਉਂਦੇ ਹਾਂ। ਇਹ ਗੱਲ ਦਾ ਖਾਸ ਤੌਰ ਤੇ ਧਿਆਨ ਰੱਖੋ
ਜਿਹੜੀਆਂ ਗਲਤੀਆਂ ਅਸੀਂ ਗੁਰੂ ਕੇ ਦਰਬਾਰ ਦੇ ਵਿੱਚ ਆਪਣੇ ਤੋਂ ਹੋਣਗੀਆਂ ਉਹ ਕਿਤੇ ਮਾफ़ ਨਹੀਂ ਹੋ ਸਕਦੀਆਂ, ਕਿਉਂਕਿ ਉੱਥੇ ਤਾਂ ਮਾफ़ੀ ਮੰਗਣੀ ਸੀ, ਉੱਥੇ ਗਲਤੀ ਕਰ ਰਹੇ ਹਾਂ। ਸਤਿਗੁਰੂ ਇੱਧਰ ਜਿੰਨਾ ਮਰਜ਼ੀ ਅਸੀਂ ਕੋਈ ਹਾਸ ਵਿਲਾਸ ਕਰ ਸਕਦੇ ਹਾਂ, ਪਰ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਸੀਂ ਪੂਰੇ ਸਤਰਕ ਹੋ ਕੇ, ਸੁਚੇਤ ਹੋ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ, ਨਮਸਕਾਰ ਕਰਕੇ, ਆਦਵਤੇ ਸਰਕਾਰ ਦੇ ਨਾਲ ਜਿੰਨਾ ਸਮਾਂ ਬੈਠਿਆ ਜਾਂਦਾ ਬੈਠੇ, ਨਹੀਂ ਉੱਠ ਕੇ ਬਾਹਰ ਆ ਕੇ ਨਮਸਕਾਰ ਕਰਕੇ ਕਰੇ। ਜਿੰਨਾ ਵੀ ਸੰਕੋਚ ਹੋਵੇ ਉੱਥੇ ਗੱਲਾਂ ਬਾਤਾਂ ਤੋਂ ਤੇ ਹੱਸਣ ਤੋਂ, ਹੋਰ ਵਿਚਾਰਾਂ ਤੋਂ, ਉਤਨਾ ਹੀ ਚੰਗਾ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਸਤਿਕਾਰ ਆ, ਜਿਸ ਤਰ੍ਹਾਂ ਅਸੀਂ ਦੂਜਿਆਂ ਦੇ ਸਾਹਮਣੇ ਸਤਿਕਾਰ ਕਰਦੇ ਹਾਂ, ਜਿਵੇਂ ਹੁਣੇ ਸੈਂਚੀਆਂ ਦਾ ਆਪਾਂ ਸਤਿਕਾਰ ਕੀਤਾ ਹੋਇਆ, ਇਸੇ ਤਰ੍ਹਾਂ ਹੀ ਆਪਾਂ ਜਦੋਂ ਘਰਾਂ ਦੇ ਵਿੱਚ ਵੀ ਜਾ ਕੇ ਨਿਤਨੇਮ ਕਰਨਾ, ਉਸ ਵੇਲੇ ਵੀ ਜਿਹੜੀਆਂ ਆਹ ਹੇਠਾਂ ਦਰੀਆਂ ਨੇ ਇਹਨਾਂ 'ਤੇ ਆਪਣੇ ਪੈਰ ਲੱਗਦੇ ਆ। ਆਹ ਮੇਰਾ ਵੀ ਆਪਣਾ ਹੱਥ ਲੱਗਦਾ ਹੈ ਪੈਰਾਂ ਵਾਲੀ ਥਾਂ, ਇਸ ਕਰਕੇ ਪੈਰਾਂ ਵਾਲੀ ਥਾਂ 'ਤੇ ਕਦੇ ਵੀ ਰੇਲ ਨੂੰ ਸਿੱਧਾ ਪ੍ਰਕਾਸ਼ ਨਹੀਂ ਕਰਨਾ। ਇਹ ਹੇਠਾਂ ਇੱਕ ਕੱਪੜਾ ਵਿਛਾ ਕੇ ਜਿੱਦਾਂ ਆਪਾਂ ਹੁਣ ਵਿਛਾਇਆ ਹੋਇਆ, ਇਸ ਤਰ੍ਹਾਂ ਦੇ ਨਾਲ ਆਪਾਂ ਉਹ ਕਰਨਾ। ਜਿਹੜਾ ਆਪਣਾ ਪੈਰ ਆ ਇਸ ਕੱਪੜੇ ਦੇ ਨਾਲ ਨਾ ਲੱਗਣ ਦੇਵੇ। ਫਿਰ ਇਸੇ ਤਰ੍ਹਾਂ ਜਿਹੜਾ ਹੱਥ ਧੋ ਕੇ ਗਲ ਦੇ ਵਿੱਚ ਪਰਨਾ ਪਾ ਕੇ, ਇਹ ਜਿਹੜਾ ਆਪਣਾ ਪਰਨਾ ਹਜ਼ੂਰੀ ਆ, ਇਹਨੂੰ ਹਜ਼ੂਰੀਆ ਵੀ ਕਹਿੰਦੇ ਆ ਆਪਾਂ, ਪਰਨਾ ਵੀ ਕਹਿੰਦੇ ਆ। ਅਲੱਗ ਅਲੱਗ ਕਈ ਵਾਰ ਬੋਲੀਆਂ ਇਲਾਕਿਆਂ ਦੇ ਅਨੁਸਾਰ ਕਹੀਆਂ ਜਾਂਦੀਆਂ ਨੇ, ਹਜ਼ੂਰੀਆ, ਪਰਨਾ, ਜਾਂ ਇਸੇ ਤਰ੍ਹਾਂ ਕੋਈ ਹੋਰ ਇਲਾਕਿਆਂ 'ਚ ਵੀ ਕਹਿ ਦਿੰਦੇ ਹੋਣਗੇ। ਇਹਦੇ ਦੋ ਭਾਵ ਨੇ। ਇੱਕ ਤਾਂ ਜਦੋਂ ਅਸੀਂ ਗਲ ਦੇ ਵਿੱਚ ਪਾ ਕੇ ਰੱਖਦੇ ਹਾਂ, ਇਹ ਨਿਮਰਤਾ ਦਾ ਸੂਚਕ ਆ। ਪੁਰਾਣੇ ਗੁਰਸਿੱਖ ਜਦੋਂ ਵੀ ਸਤਿਗੁਰੂ ਜੀ ਦੇ ਕੋਲ ਜਾਂਦੇ ਸੀ, ਕੋਈ ਬੇਨਤੀ ਕਰਦੇ, ਗਲ ਵਿੱਚ ਪੱਲਾ ਪਾ ਕੇ, ਪੱਲਾ ਵੀ ਇਹਨੂੰ ਕਹਿੰਦੇ ਆਪਾਂ, ਪੱਲਾ ਪਾ ਕੇ ਗਲ 'ਚ, ਕਹਿਣ ਤੋਂ ਭਾਵ ਨਿਮਰਤਾਵਾਨ ਹੋ ਕੇ। ਜਦੋਂ ਅਸੀਂ ਕੋਈ ਗੁਰਬਾਣੀ ਦਾ ਪਾਠ ਕਰਨਾ ਹੋਵੇ, ਗੁਰਬਾਣੀ ਦਾ ਕੀਰਤਨ ਕਰਨਾ ਹੋਵੇ, ਗੁਰਬਾਣੀ ਦੀ ਕਥਾ ਕਰਨੀ ਹੋਵੇ, ਇਤਿਹਾਸ ਦੀ, ਗੁਰਬਾਣੀ ਦੀ, ਗੁਰਮਤਿ ਦੀਆਂ ਚੀਜ਼ਾਂ ਨਾਲ ਸੰਬੰਧਿਤ, ਉਸ ਵੇਲੇ ਆਪਣਾ ਪਰਨਾ ਹੋਣਾ ਜ਼ਰੂਰੀ ਆ। ਇੱਧਰ ਆਸੇ ਪਾਸੇ ਚਲੋ ਜੇ ਨਹੀਂ ਕਿਸੇ ਕਾਰਨ ਕਰਕੇ ਰੱਖਿਆ ਜਾਂਦਾ, ਗੱਲ ਵੱਖਰੀ ਆ, ਪਰ ਜਦੋਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਾਣਾ ਹੋਵੇ, ਗੁਰੂ ਕੇ ਦਰਬਾਰ ਵਿੱਚ, ਆਪਾਂ ਯਤਨ ਕਰੋ ਤੁਸੀਂ ਵੀ ਉੱਥੇ ਪਰਨਾ ਪਾ ਕੇ ਜ਼ਰੂਰ ਜਾਣਾ ਚਾਹੀਦਾ ਆਪਾਂ ਨੂੰ, ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗਲ ਦੇ ਵਿੱਚ ਹਜ਼ੂਰੀਆ ਲੈ ਕੇ। ਇਹ ਹਜ਼ੂਰੀਏ ਦੇ ਦੋ ਕਾਰਨ, ਇੱਕ ਤਾਂ ਨਿਮਰਤਾ ਦਾ ਸੂਚਕ ਆ, ਦੂਜਾ ਗੱਲ ਹੈ ਕਿ ਜਿਹੜੇ ਸਾਡੇ ਸਰੀਰ 'ਤੇ ਜੇ ਕਿਤੇ ਮੂੰਹ ਦੇ ਉੱਪਰ ਖੁਰਕ ਹੁੰਦੀ ਹੋਵੇ, ਜਾਂ ਤੇ ਆਪਣਾ ਮੂੰਹ ਦੇ ਉੱਪਰ, ਨੱਕ ਦੇ ਉੱਪਰ, ਆਸੇ ਪਾਸੇ, ਤਾਂ ਇਹ ਪਰਨੇ ਦੇ ਨਾਲ ਅਸੀਂ ਕਰਨਾ, ਤਾਂ ਕਿ ਗੁਰਬਾਣੀ ਨੂੰ ਉਹ ਹੱਥ ਨਾ ਲੱਗ ਸਕੇ। ਇਹ ਇਸ ਗੱਲ ਦਾ ਧਿਆਨ ਰੱਖਣਾ ਆਪਾਂ ਨੇ। ਇਹ ਤਾਂ ਗੱਲ ਦੇ ਵਿੱਚ ਹਜ਼ੂਰੀਆ ਹੁੰਦਾ। ਜੇ ਹੇਠਾਂ ਵੀ ਹੱਥ ਲਾਉਣਾ ਤਾਂ ਜਦੋਂ ਗੁਟਕਾ ਸਾਹਿਬ ਆ ਤਾਂ ਪਰਨੇ ਦੇ ਨਾਲ ਇੱਦਾਂ ਹੱਥ ਹੇਠਾਂ ਧਰਤੀ 'ਤੇ ਲਾ ਸਕਦੇ ਹਾਂ, ਅਤੇ ਉਂਝ ਹੇਠਾਂ ਹੱਥ ਨਹੀਂ, ਕਿਉਂਕਿ ਮੇਰੇ ਹੱਥ ਅਜੇ ਖੁੱਲ੍ਹੇ ਨੇ, ਮੈਂ ਤਾਂ ਕਰਕੇ ਇਹ ਲਾ ਰਿਹਾ। ਮੈਂ ਪੋਥੀ ਨਹੀਂ ਪ੍ਰਕਾਸ਼, ਜਿਵੇਂ ਗੁਟਕਾ ਸਾਹਿਬ ਲਾਉਂ ਤਾਂ ਹੱਥ ਧੋਵਾਂਗਾ ਮੈਂ ਦੁਬਾਰਾ। ਇਸ ਕਰਕੇ ਜਦੋਂ ਤੁਸੀਂ ਇਹ ਕਰਨੇ ਆ ਗੁਟਕਾ ਸਾਹਿਬ ਤਾਂ ਪਰਨਾ ਹੇਠਾਂ ਰੱਖ ਕੇ ਇੱਦਾਂ ਦਾ। ਅਤੇ ਦੂਸਰੀ ਗੱਲ ਇਹ ਹੈ ਵੀ ਜਿਹੜੇ ਹੁਣ ਇਹ ਸਤਿਗੁਰੂ ਮਹਾਰਾਜ ਦੇ ਹੁਣ ਪੋਥੀਆਂ ਸਾਹਿਬ, ਗੁਟਕੇ ਸਾਹਿਬ, ਸੁੱਖ ਆਸਣ ਨੇ, ਇਹਨਾਂ ਨੂੰ ਚੋਲੀਆਂ ਕਹਿੰਦੇ ਆ, ਜਿਹੜੀਆਂ ਹੁਣ ਤੁਹਾਡੇ ਕੋਲ ਸਾਰਿਆਂ ਕੋਲ ਚੋਲੀਆਂ। ਇਹਦੇ ਨਾਲੋਂ ਬਹੁਤ ਜ਼ਿਆਦਾ ਚੰਗਾ ਹੋਵੇ ਵੀ ਜੇ ਸਤਿਗੁਰੂ ਮਹਾਰਾਜ ਜੀ ਦੇ ਵਸਤਰ ਵੱਖਰੇ ਹੋਣ, ਉਹ ਸੁੱਖ ਆਸਣ ਸਾਨੂੰ ਕਰਨ ਦੀ ਇੱਕ ਤਾਂ ਜਾਚ ਆ ਜਾਂਦੀ ਹੈ, ਤਰੀਕਾ ਆ ਜਾਂਦਾ, ਇੱਕ ਸੇਵਾ ਹੋ ਜਾਂਦੀ ਹੈ। ਦੇਖੋ ਆਪਾਂ ਹੱਥ ਧੋਵਾਂਗੇ, ਗਲ 'ਚ ਪਰਨਾ ਹੋਊਗਾ, ਅਤੇ ਫਿਰ ਆਪਾਂ ਗੁਟਕਾ ਸਾਹਿਬ ਲਵਾਂਗੇ, ਪ੍ਰਕਾਸ਼ ਕਰਾਂਗੇ। ਜਦੋਂ ਅਸੀਂ ਕਰਾਂਗੇ ਪ੍ਰਕਾਸ਼, ਸਾਡੀ ਸੇਵਾ ਉਹ। ਫਿਰ ਨਿਤਨੇਮ ਅਸੀਂ ਕਰ ਹਟੇ, ਫਿਰ ਬਾਅਦ ਵਿੱਚ ਸਤਿਕਾਰ ਨਾਲ ਇੱਕ ਗੁਟਕਾ ਸਾਹਿਬ ਨੂੰ ਗੇੜਾ ਨਹੀਂ ਦੇਣਾ। ਉਹ ਜਿਹੜਾ ਰੁਮਾਲਾ ਅਸੀਂ ਕੱਪੜਾ ਹੋਊਗਾ ਉਹਨੂੰ ਅਸੀਂ ਉਹ ਕਰਨਾ, ਹੱਥ ਘੁਮਾਉਣਾ। ਗੁਟਕਾ ਸਾਹਿਬ ਨੂੰ ਨਹੀਂ ਘੁਮਾਉਣਾ, ਗੁਟਕਾ ਸਾਹਿਬ ਪੁੱਠਾ ਨਹੀਂ ਕਰਨਾ, ਇੱਦਾਂ ਨਹੀਂ ਰੱਖਣਾ। ਅਤੇ ਇੱਕ ਤਾਂ ਉਹ ਸੇਵਾ, ਫਿਰ ਅਸੀਂ ਸੁੱਖ ਆਸਣ ਕਰਾਂਗੇ ਨਿਤਨੇਮ ਕਰਕੇ, ਤਾਂ ਵੀ ਉਹ ਸੇਵਾ ਹੁੰਦੀ ਆ, ਫਿਰ ਰੱਖਾਂਗੇ, ਉਹ ਜ਼ਿਆਦਾ ਫਾਇਦਾ ਉਹਦਾ। ਅਤੇ ਜਿਹੜੀਆਂ ਇਹ ਚੋਲੀਆਂ ਨੇ, ਇਹ ਚੋਲੀਆਂ ਦਾ ਇੰਨਾ ਸਤਿਕਾਰ ਨਹੀਂ ਹੈਗਾ ਜਿੰਨਾ ਉਹਦੇ ਨਾਲ ਸੀ। ਇਹਦਾ ਹੁਣ ਤੁਸੀਂ ਇਹ ਆਪਾਂ ਸਾਰੇ ਚੋਲੀਆਂ ਵਰਤ ਰਹੇ ਹਾਂ, ਜੇ ਆਪਾਂ ਨੂੰ ਕੋਈ ਕੱਲ੍ਹ ਨੂੰ ਵਸਤਰ ਦੇ ਦੇਵੇ ਵੀ ਤੁਸੀਂ ਸੇਵਾ ਕਰੋ, ਮੈਨੂੰ ਲੱਗਦਾ ਵੀ ਆਪਾਂ ਨੂੰ ਸੇਵਾ ਕਰਦੀ ਨਹੀਂ ਆਉਣੀ ਵੀ ਕਿਵੇਂ ਸੁੱਖ ਆਸਣ ਕਰਨਾ ਗੁਟਕਾ ਸਾਹਿਬ। ਉਹ ਫਿਰ ਗੁਟਕੇ ਸਾਹਿਬ ਨੂੰ ਪੁੱਠੇ ਸਿੱਧੇ ਕਰਨਗੇ,
ये चीज़ अगे सिखाई जाती सी। ये चीज़ां एक अपनियां सहूलतां बनियां, क्योंकि मैं पहला भी बेनती की सी, पहला ग्रुप दे विच जिहड़ा सी आके गया कल, भी साडे कोलों सेवा खुसदी जाती है, खत्म हुंदी जाती है। पुरातन गुरसिख जिहड़े सी वो अगे पक्खा झल्लिया करदे हत्थीं संगत नूं, तां वो सेवा हुंदी सी। हौली हौली ये सेवा लाइट ने लै ली, साडे कोलों सेवा चली गई पक्खे वाली। इस तरह फिर पुराने समय जिहड़ियां चक्कियां हुंदियां सी, आपदे हत्थीं आटा पींहदे हुंदे सी चक्कियां दे नाल, ते वो चक्की की सेवा जिहड़ी सी वो भी बिजली ने लै ली, साडे कोल वो भी चली गई। फिर अगे पुराने गुरसिख खूहां ते जाके पानी भरदे हुंदे, जिवें लंगर हुंदा, लंगर वास्ते संगत दे पानी पीण वास्ते, होर दालां बनाउण वास्ते, आटा गुन्नण वास्ते पानी की वरतों हुंदी सी। गुरसिख खूहां ते जाके भर भर के डोल लंगरां विच लैके जांदे संगत नूं छकण वास्ते। वो भी 20 हंसों च सटदे आ ते पानी टूटियां पीए सीधा, वो भी साडे कोल सेवा चली गई। ठीक है ना जी। अपने को सेवा जी वो घटती जा रही है दिन ब दिन, इस करके भी अपने को हुण ये गुटके साहिब की सेवा सी, ये भी झोलियां बन गई है, ये भी साडे कोल सेवा नहीं। थोड़ी जी असीं ज़्यादा गुरमत दे विच सेवा नूं पहल दिती गई है, सब तो वड्डी सेवा की गल है। इस कारण करके आपां ये चीज़ का यतन करना भी जिन्नी हत्थीं सेवा हो सके, जे होर नहीं आपां चलो गुटका साहिब अपने को यही सेवा रहेगी, आपां यही करो, आपां नूं इदां दा करना चाहिए सत्कार दे विच। इस तरह जो गुरबाणी दे आपां चौर साहिब करते हैं, तो ये आपां सारे ਸਿੰਘਾਂ नूं भी तुसीं भी आपां एक दूजे नूं अगे तो अगे दसना। चौर साहिब जिहड़ा ना करन दी वो भी एक मर्यादा, वो किवें चौर साहिब सज्जे हत्थ दे नाल इधरला हत्थ नाल रख के उच्चा रख के कीता जांदा चौर साहिब इदां ना करके। जिहड़ा चौर साहिब दे रोम ने वो वस्त्रां दे नाल नहीं लगने चाहिए। कई बार असीं इदां खड़ के इदां करदे हां, हत्थ जिहड़ा नीवां हुंदा इदां करदे हां चौर साहिब, वो जिहड़े रोम ने वो सतगुरु महाराज जी दे वस्त्रां दे ਸਰੂਪ ਦੇ ਉੱਪਰ ਦੀਆਂ ਉਹ ਨੇੜੇ ਲੱਗਦੇ ਆ, ਨਾਲ ਲੱਗ ਲੱਗ ਕੇ ਘੁੰਮਦੇ ਨਹੀਂ ਉੱਪਰ ਰੁੱਖ ਚੁੱਕ ਕੇ, ਤਾਂ ਕਿ ਉਹ ਜਿਹੜਾ ਸਰੂਪ ਦੇ ਨਾਲ ਚੌਰ ਸਾਹਿਬ ਦੇ ਰੋਮ ਨਾ ਛੋਹਣ, ਉਹ ਲੱਗਣ ਨਾ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀਆਂ ਆਪਾਂ ਤਸਵੀਰਾਂ ਵੇਖਦੇ ਹਾਂ, ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਵਾਨ ਸਜਾ ਕੇ ਬੈਠੇ ਹੋਣ, ਤੇ ਸਿੱਖ ਉਸ ਵੇਲੇ ਵੀ ਚੌਰ ਬਰਦਾਰ ਹੁੰਦੇ ਰਹੇ ਆ ਮਹਾਰਾਜ ਦੇ ਸਮੇਂ 'ਚ, ਚੌਰ ਸਾਹਿਬ ਕਰਦੇ ਸੀ ਉੱਪਰ ਦੀ। ਗੁਰੂ ਸਾਹਿਬ ਦੇ ਸੀਸ ਦੇ ਨਾਲ ਉਹ ਰੋਮ ਨਹੀਂ ਸੀ ਲੱਗਣ ਦਿੰਦੇ, ਵੀ ਤਾਂ ਕਿ ਜਿਹੜੇ ਰੋਮ ਨੇ ਉਹ ਸੀਸ ਦੇ ਨਾਲ ਨਾ ਲੱਗਣ, ਗੁਰੂ ਘਰ ਦੀ ਕਰਦੀ ਹੈ, ਤੇ ਉਸ ਵੇਲੇ ਉੱਚਾ ਰੱਖ ਕੇ ਚੌਰ ਸਾਹਿਬ ਕਰਦੇ ਸੀ। ਇਸੇ ਤਰ੍ਹਾਂ ਹੀ ਇਹ ਦਸਾਂ ਸਤਿਗੁਰਾਂ ਦਾ ਸਰੂਪ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਉਹੀ ਭਾਵਨਾ ਦੇ ਨਾਲ ਉਹ ਕਰਨਾ, ਵੀ ਤਾਂ ਕਿ ਜਿਹੜੇ ਉਹ ਰੋਮ ਨੇ ਕਦੇ ਗੁਰੂ ਸਾਹਿਬ ਜੀ ਦੇ ਅੰਗਾਂ ਦੇ ਨਾਲ ਨਾ ਲੱਗਣ, ਉਹ ਉੱਪਰ ਰੱਖ ਕੇ ਚੌਰ ਸਾਹਿਬ ਕੀਤਾ ਜਾਵੇ। ਸੱਜੇ ਹੱਥ ਦੇ ਨਾਲ ਆ ਇੱਧਰਲਾ ਹੱਥ ਨਾਲ ਸਤਿਕਾਰ ਵਜੋਂ ਆ ਜਾਂਦਾ, ਦੋਵੇਂ ਹੱਥ ਲੱਗ ਜਾਂਦੇ ਦਾ। ਤੇ ਚੌਰ ਸਾਹਿਬ ਜਿਹੜਾ ਉਹਨੂੰ ਪੈਰ ਨਹੀਂ ਲੱਗਣਾ ਚਾਹੀਦਾ, ਇਹ ਸਤਿਕਾਰ ਹੋਣਾ। ਇੱਦਾਂ ਦੀ ਇਹ ਕੁਝ ਖਾਸ ਜਿਹੜੀ ਆ ਇਹ ਹੈਗੀ ਆ ਗੱਲ, ਵੀ ਸਾਨੂੰ ਜਿਹੜੀ ਕਈ ਵਾਰ ਤਾਂ ਅਸੀਂ ਬਹੁਤੀ ਚੀਜ਼ਾਂ ਸਿੱਖ ਕੇ ਦੇਖ ਕੇ ਸਿੱਖਦੇ ਹਾਂ, ਅਸੀਂ ਕਈ ਵਾਰ ਪੁੱਛਦੇ ਨਹੀਂ, ਕਈ ਵਾਰ ਜੱਕਦੇ ਨਹੀਂ ਪੁੱਛਦੇ, ਤੇ ਨਹੀਂ ਇਹਦੇ ਵਿੱਚ ਕੋਈ ਗੱਲ ਨਹੀਂ। ਜਿਹੜੇ ਗੁਰਸਿੱਖ ਨੇ ਉਹ ਪਰਉਪਕਾਰੀ ਹੁੰਦੇ ਆ, ਤੁਸੀਂ ਜਦੋਂ ਵੀ ਪੁੱਛੋਗੇ ਉਹ ਦੱਸਣਗੇ, ਤੇ ਜਿੰਨਾ ਕੁ ਪਤਾ ਹੁੰਦਾ ਦੱਸਣਾ ਚਾਹੀਦਾ। ਜਿਹੜੇ ਜਿਹੜੇ ਵੀ ਸਿੰਘਾਂ ਨੂੰ ਆਪਾਂ ਨੂੰ ਕੋਈ ਪਤਾ ਗੁਰਮੁਖ ਦਾ, ਕੋਈ ਵੀ ਪੁੱਛਦਾ ਤੁਸੀਂ ਉਹਨੂੰ ਪਿਆਰ ਨਾਲ ਦੱਸੋ, ਠੀਕ ਹੈ ਨਾ। ਇਹ ਵੀ ਇੱਕ ਬਹੁਤ ਵੱਡਾ ਇੱਕ ਪਰਉਪਕਾਰ ਆ, ਕਿਉਂਕਿ ਉਹ ਸਿੱਖ ਨੂੰ ਪਤਾ ਨਹੀਂ, ਹੋ ਸਕਦਾ ਤੁਹਾਡੇ ਕੋਲੋਂ ਸਿੱਖ ਕੇ ਉਹ ਕਿੰਨੀ ਸੇਵਾ ਕਰ ਸਕੇ ਅੱਗੇ, ਹੈ ਨਾ। ਇਸ ਤਰ੍ਹਾਂ ਇਹ ਮਹਾਰਾਜ ਦਾ ਇੱਦਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਆ। ਇਸ ਤੋਂ ਅੱਗੇ ਇਸ ਦੇ ਨਾਲ ਜਿਹੜੇ ਮੋਬਾਈਲ ਨੇ, ਹੁਣ ਅੱਜ ਦੇ ਸਮੇਂ ਦੇ ਅੰਦਰ ਮੋਬਾਈਲਾਂ ਦੇ ਵਿੱਚ ਬਾਣੀ ਆਈ ਹੈ, ਅਸੀਂ ਐਪ ਰੱਖੇ ਹੋਏ ਨੇ। ਜਿਹੜੇ ਮੋਬਾਈਲ ਨੇ ਇਹਨਾਂ ਨੂੰ ਕਈ ਵਾਰ ਆਪਾਂ ਪ੍ਰਸਾਦਾ ਛਕਦੇ ਵੀ, ਮੈਂ ਵੇਖਿਆ ਆਪਾਂ ਵੇਖੀ ਜਾਂਦੇ ਨੇ ਸਾਰੇ ਸਿੰਘ, ਕਿ ਗੁਰਬਾਣੀ ਦਾ ਉਹਨਾਂ ਸਤਿਕਾਰ ਨਹੀਂ ਰਹਿੰਦਾ। ਉਹ ਚੋਲੀਆਂ ਦੇ ਨਾਲੋਂ ਵੀ ਸੇਵਾ ਘੱਟ ਗਈ, ਕਿਉਂਕਿ ਚੋਲੀ ਦਾ ਫਿਰ ਵੀ ਖੋਲ੍ਹ ਕੇ ਗੁਟਕਾ ਸਾਹਿਬ ਕੱਢਣਾ ਪੈਂਦਾ, ਉਹ ਪ੍ਰਕਾਸ਼ ਹੀ ਕਹਿੰਦੀ ਜੇਬ 'ਚੋਂ ਫੋਨ ਕੱਢਣ ਦੀ ਦੇਰੀ ਆ, ਉਹਦੀ ਬਾਲੀ ਚੱਲ ਰਹੀ ਹੈ।
इस करके वो इदों भी असी पासे चले गए, सेवा ਉਹਦੇ ਨਾਲੋਂ भी साडी चली गई। ਜਿਹੜੀ बाकी मोबाइल ਦੇ ਵਿੱਚ ਅੱਗੇ ਪੁਰਾਤਨ ਗੁਰਸਿੱਖ ਜਿਹੜੇ ਸੀ ਉਹ ਬਾਣੀ ਕੰਠ ਬਹੁਤ ਕਰਿਆ ਕਰਦੇ ਸੀ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਬਹੁਤ ਗੁਰਸਿੱਖਾਂ ਨੂੰ ਕੰਠ ਹੁੰਦੀ ਸੀ। ਨਿਤਨੇਮ ਖਾਸ ਤੌਰ ਤੇ ਸਾਰੀਆਂ ਬਾਣੀਆਂ ਦਾ 5 ਗ੍ਰੰਥੀ 10 ਗ੍ਰੰਥੀ ਤੱਕ ਵੀ ਗੁਰਸਿੱਖ ਕੰਠ ਕਰਦੇ ਸੀ। ਇਹਦੇ ਮੋਬਾਈਲ ਫੋਨ ਦੇ ਨਾਲੋਂ ਮੈਂ ਸਮਝਦਾ ਵੀ ਜੇ ਅਸੀਂ ਕੰਠ ਬਾਣੀ ਦਾ ਪਾਠ ਕਰਾਂਗੇ ਉਹਦਾ ਫਲ ਜ਼ਿਆਦਾ ਉਹਦੇ ਤੇ। ਇੱਕ ਤਾਂ ਅਸੀਂ ਜਿਹੜੀ ਬਾਣੀ ਕੰਠ ਆ ਉਹ ਕਿਸੇ ਰੂਪ 'ਚ ਪੜ੍ਹ ਸਕਦੇ ਹਾਂ। ਜੇ ਕਿਸੇ ਕਾਰਨ ਕਰਕੇ ਇਸ਼ਨਾਨ ਨਹੀਂ ਕਰ ਸਕੇ ਆਪਾਂ, ਜਿਵੇਂ ਹੁਣ ਸਫ਼ਰ ਕਰਨ ਜਾਂਦੇ ਹਾਂ, ਇੰਡੀਆ ਜਾਂਦੇ ਹੋ ਤੁਸੀਂ, ਕਈ ਵਾਰ ਸਮਾਂ ਵੱਧ ਲੱਗ ਜਾਂਦਾ, ਰਾਤ ਲੰਘ ਜਾਂਦੀ ਹੈ ਸਾਰੀ, ਇਸ਼ਨਾਨ ਨਹੀਂ ਹੁੰਦਾ, ਉਸ ਵੇਲੇ ਵੀ ਜੇ ਸਾਡੇ ਬਾਣੀ ਕੰਠ ਆ ਤੇ ਅਸੀਂ ਚੁੱਪ ਕਰਕੇ ਆਪਦੀ ਕੰਠ ਬਾਣੀ ਕਰ ਸਕਦੇ ਹਾਂ। ਬਿਨਾਂ ਇਸ਼ਨਾਨ ਕੀਤਿਆਂ ਹੋਇਆਂ ਜਿਹੜੀ ਜ਼ੁਬਾਨੀ ਯਾਦ ਆ ਬਾਣੀ ਪੜ੍ਹ ਸਕਦੇ ਹਾਂ। ਜਿਹੜੀ ਬਾਣੀ ਸਾਨੂੰ ਕੰਠ ਆ ਅਸੀਂ ਉਹ ਲੰਮੇ ਪੈ ਕੇ ਵੀ ਪੜ੍ਹ ਸਕਦੇ ਹਾਂ। ਜੇ ਕਿਤੇ ਬਿਮਾਰ ਆ, ਸਰੀਰ ਢਿੱਲਾ ਹੋਇਆ ਤੇ ਨਹੀਂ ਉੱਠ ਸਕਦੇ, ਅਸੀਂ ਲੰਮੇ ਪੈ ਕੇ ਵੀ ਬਾਣੀ ਜਿਹੜੀ ਕੰਠ ਆ ਪੜ੍ਹ ਸਕਦੇ ਹਾਂ, ਪਰ ਗੁਟਕਾ ਸਾਹਿਬ 'ਚ ਨਹੀਂ ਪੜ੍ਹ ਸਕਦੇ। ਬਿਨਾਂ ਇਸ਼ਨਾਨ ਕੀਤਿਆਂ ਹੋਇਆਂ ਗੁਟਕਾ ਸਾਹਿਬ ਨਹੀਂ ਪ੍ਰਕਾਸ਼ ਕਰ ਸਕਦੇ, ਉਹ ਮਰਜ਼ਾਦਾ ਇੱਕ। ਤੇ ਇਸੇ ਤਰ੍ਹਾਂ ਜੇ ਅਸੀਂ ਤੁਰ ਫਿਰ ਰਹੇ ਹਾਂ ਜਾਂ ਕਿਤੇ ਕੋਈ ਕਾਰਜ 'ਤੇ ਜਾ ਰਹੇ ਹਾਂ, ਕਿਤੇ ਜੋਬ 'ਤੇ ਜਾਂਦੇ ਹਾਂ, ਕਿਸੇ ਕੰਮ 'ਤੇ ਜਾ ਰਹੇ ਹਾਂ, ਅਸੀਂ ਗੱਡੀ ਚਲਾਉਂਦੇ ਵੀ ਬਾਣੀ ਕੰਠ ਜਿਹੜੀ ਕਰ ਸਕਦੇ ਹਾਂ। ਉਸ ਵੇਲੇ ਗੁਰਬਾਣੀ ਕੰਠ ਕਰਨ ਦੇ ਬਹੁਤੇ ਜ਼ਿਆਦਾ ਲਾਭ ਆ। ਜਿਹੜਾ ਗੁਟਕਾ ਸਾਹਿਬ ਵਾਸਤੇ ਇੰਨਾ ਅਸੀਂ ਗੁਟਕਾ ਸਾਹਿਬ ਜੇ ਅਸੀਂ ਸਫ਼ਰ 'ਚ ਲੈ ਕੇ ਜਾਵਾਂਗੇ, ਕਈ ਵਾਰ ਬੇਅਦਬੀ ਹੁੰਦੀ ਆ, ਉਹਨੂੰ ਜੂਠੇ ਮਿੱਠੇ ਹੱਥ ਲੱਗ ਜਾਂਦੇ ਆ ਗੁਰਬਾਣੀ ਨੂੰ, ਉਹ ਵੀ ਬੇਅਦਬੀ ਆ। ਤੇ ਜਾਂ ਜਿਵੇਂ ਹੁਣ ਟ੍ਰੇਨ 'ਚ ਜਾਵਾਂਗੇ, ਉੱਥੇ ਵੀ ਬਹੁਤ ਜ਼ਿਆਦਾ ਕੋਈ ਸੁੱਤਮ ਨਹੀਂ ਹੁੰਦੀ, ਬਹੁਤ ਗੰਦਾ ਜਿਹਾ ਮਾਹੌਲ ਹੁੰਦਾ ਉੱਥੇ, ਨਸ਼ੇ ਪੱਤਿਆਂ ਵਾਲੇ ਪਤਾ ਨਹੀਂ ਤੰਬਾਕੂ ਵਾਲੇ ਕੀ ਕੁਛ ਹੁੰਦੇ ਨੇ, ਇੱਦਾਂ ਦੇ। ਗੁਰਬਾਣੀ ਦੀ ਬੇਅਦਬੀ ਆ। ਇਸ ਕਰਕੇ ਗੁਰਬਾਣੀ ਇੱਕ ਤਾਂ ਯਤਨ ਕਰੋ ਆਪਾਂ ਕੰਠ ਕਰਨ ਦੀ, ਵੀ ਸੱਤੇ ਬਾਣੀਆਂ ਚਲੋ ਆਪਣੀਆਂ ਕਾਰਨ ਸੇ ਕੰਮ ਕੰਠ ਹੋਣੀਆਂ ਚਾਹੀਦੀਆਂ। ਤੇ ਫਿਰ ਜਿਹੜੀ ਮੋਬਾਈਲ ਦੇ ਉੱਪਰੋਂ ਅਸੀਂ ਬਾਣੀ ਦਾ ਪਾਠ ਕਰਦੇ ਹਾਂ, ਉਹ ਇੱਕ ਤਸਵੀਰ ਆ ਇੱਕ ਉਹਦੇ 'ਚੋਂ। ਜਿਸ ਤਰ੍ਹਾਂ ਹੁਣ ਗੁਰਬਾਣੀ ਇਹ ਗੁਟਕਾ ਸਾਹਿਬ ਆਪਾਂ ਪ੍ਰਕਾਸ਼ ਕਰਦੇ ਹਾਂ, ਇੱਕ ਤਾਂ ਆਪਣੀ ਸੇਵਾ ਹੁੰਦੀ ਆ, ਦੂਜੀ ਇਹਦੀ ਸਾਨੂੰ ਅੰਦਰੋਂ ਵਾਈਬ੍ਰੇਸ਼ਨ ਮਿਲਦੀ ਆ, ਸਾਨੂੰ ਇਹਦਾ ਪਿਆਰ ਮਿਲਦਾ ਪ੍ਰਤੱਖ ਰੂਪ 'ਚ। ਜਿੱਦਾਂ ਫੋਨ ਦੇ ਵਿੱਚ ਮਾਤਾ ਦੇ ਨਾਲ ਗੱਲਾਂ ਕਰੋ ਤੁਸੀਂ, ਵੀਡੀਓ ਕਾਲ ਕਰਕੇ ਕੋਈ ਇੰਡੀਆ ਕਿਸੇ ਨਾਲ ਗੱਲ ਕਰੋ, ਉਹ ਆਪਾਂ ਨੂੰ ਆਵਾਜ਼ ਸੁਣੂਗੀ, ਉਹਦੀਆਂ ਗੱਲਾਂ ਸੁਣਨਗੀਆਂ, ਪਰ ਜਿਹੜਾ ਪਿਆਰ ਮਾਂ ਨੇ ਆਪਣੀ ਗਲਵੱਕੜੀ 'ਚ ਲੈ ਕੇ ਪੁੱਤਰ ਨੂੰ ਦੇ ਦੇਣਾ, ਉਹ ਵੀਡੀਓ ਕਾਲ 'ਚ ਨਹੀਂ ਹੋਣਾ। ਸਾਨੂੰ ਉਹ ਤਰੰਗਾਂ ਨਹੀਂ ਮਿਲਣੀਆਂ ਮਾਂ ਦੀਆਂ ਨਾ, ਉਹ ਤਰੰਗਾਂ ਨਹੀਂ ਸਾਨੂੰ ਮਿਲ ਸਕਦੀਆਂ, ਉਹ ਸਾਨੂੰ ਪਿਆਰ ਨਹੀਂ ਮਿਲ ਸਕਦਾ। ਇਸੇ ਤਰ੍ਹਾਂ ਗੁਰਬਾਣੀ ਜਿਹੜੀ ਉਹ ਮੋਬਾਈਲ ਦੇ ਵਿੱਚ ਅਸੀਂ ਦੇਖ ਸਕਦੇ ਹਾਂ, ਉਹਦੀ ਫੋਟੋ ਵਾਂਗੂ ਪੜ੍ਹ ਸਕਦੇ ਹਾਂ, ਪਰ ਉਹ ਤਰੰਗਾਂ ਨਹੀਂ ਸਾਨੂੰ ਮਿਲਣੀਆਂ ਗੁਰਬਾਣੀ ਦੀਆਂ। ਇਸ ਕਾਰਨ ਕਰਕੇ ਆਪਾਂ ਯਤਨ ਕਰੋ ਇਹ ਮੋਬਾਈਲ ਦੇ ਨਾ ਵਰਤਿਆ ਜਾਵੇ ਗੁਰਬਾਣੀ ਲਈ, ਕਿਉਂਕਿ ਆਪਾਂ ਜਿਹੜੇ ਕੰਮ ਲਈ ਹੈ ਫੋਨ ਕਰਨਾ, ਹੋਰ ਆਪਦੇ ਕਾਰਜ ਵਿਹਾਰਾਂ ਲਈ ਉਹਨੂੰ ਵਰਤੋ। ਇੱਕ ਇਹ ਆਪਾਂ ਹੌਲੀ ਹੌਲੀ ਯਤਨ ਕਰੋ। ਇੱਕਦਮ ਤਾਂ ਸਾਨੂੰ ਇਹ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਸਾਡੀਆਂ ਸਹੂਲਤਾਂ ਅਸੀਂ ਉਹ ਚੀਜ਼ਾਂ ਨੂੰ ਹੋਰ ਐਡ ਕਰ ਲੈਂਦੇ ਹਾਂ, ਪਰ ਅਸੀਂ ਉਹ ਚੀਜ਼ਾਂ ਨੂੰ ਫਿਰ ਸਾਡੀਆਂ ਪੁਰਾਣੀਆਂ ਚੀਜ਼ਾਂ ਉਹ ਖੁੱਸਦੀਆਂ ਜਾਂਦੀਆਂ ਸਾਡੇ ਤੋਂ। ਇਹ ਚੀਜ਼ਾਂ ਦਾ ਆਪਾਂ ਖਾਸ ਤੌਰ 'ਤੇ ਧਿਆਨ ਰੱਖੋ ਸਾਰੇ, ਇਹ ਬੇਨਤੀ ਸੀ। ਹਾਂਜੀ, ਹੋਰ ਧਿਆਨ ਦੇ ਵਿੱਚ ਕੋਈ ਮੇਰੇ ਭਰਾ ਵਿੱਚ ਹੈ ਜੀ? ਠੀਕ ਆ। ਵਾਹ ਜੀ, ਜੇ ਕਿਸੇ ਨੇ ਕੋਈ ਪੁੱਛਣਾ ਹੋਵੇ ਮਰਜ਼ਾਦਾ ਦੀ ਬਾਬਤ ਜਾਂ ਕੋਈ ਹੋਰ ਚੀਜ਼ ਭਾਈ ਤੁਸੀਂ ਵੀ ਦੱਸ ਸਕਦੇ ਹੋ। ਠੀਕ ਆ, ਕੋਈ ਗੱਲ ਨਹੀਂ, ਸੰਗਤ ਵਾਲੀ ਕੋਈ ਗੱਲ ਨਹੀਂ ਹੈਗੀ, ਆਪਾਂ ਭਰਾ ਸਾਰੇ। ਠੀਕ ਹੈ ਜੀ, ਠੀਕ ਹੈ ਜੀ ਸਾਰੇ। ਹੁਣ ਆਪਾਂ ਸਭ ਗੁਰਬਾਣੀ ਦੇ ਪਾਠ ਤੋਂ ਪਹਿਲਾਂ ਇੱਕ ਨਾਲ ਪਹਿਲਾਂ ਆਪਣੇ ਸੰਪਰਦਾਵਾਂ ਦੇ ਵਿੱਚ ਟਕਸਾਲਾਂ ਦੇ ਵਿੱਚ ਮਹਾਂਪੁਰਸ਼ ਮੁਹਾਰਨੀ ਕਰਾਉਂਦੇ ਹੁੰਦੇ ਸੀ। ਮੁਹਾਰਨੀ ਦਾ ਮਤਲਬ ਹੁੰਦਾ ਵੀ ਇੰਨੀ ਮਿਹਨਤ ਕਰੇ ਮੂੰਹ ਹਾਰਨੀ, ਜਿਹਦੇ 'ਚ ਮੂੰਹ ਥੱਕ ਜਾਵੇ, ਇੰਨਾ ਪੜ੍ਹੇ ਉਹਨੂੰ ਮੂੰਹ ਹਾਰਨੀ। ਇਸ ਕਰਕੇ ਇਹ ਇੰਨੀ ਹੀ ਮਿਹਨਤ ਭਾਲਦੀ ਆ। ਇਹ ਇੱਕ ਨਿਉ ਆ, ਜਿੱਦਾਂ ਇੱਕ ਮਕਾਨ ਦੀ ਵਧੀਆ ਨਿਉ ਚੱਕੀ ਹੋਵੇ, ਉਹ ਜਿੰਨਾ ਮਰਜ਼ੀ ਤੁਸੀਂ ਉੱਚੀ ਮਕਾਨ ਮਹੱਲ ਬਣਾ ਲਓ ਬਣ ਜਾਣਗੇ। ਜੇ ਨਿਉ ਮਾੜੀ ਕਮਜ਼ੋਰ ਰਹਿ ਜਾਵੇ ਤੇ ਉਹ ਮਕਾਨ ਨਹੀਂ ਉੱਚੇ ਬਣ ਸਕਦੇ।
ਇਸੇ ਤਰ੍ਹਾਂ ਇਹ ਮੁਹਾਰਨੀ ਇੱਕ ਨਿਉ ਆ, ਨੀਂਹ ਆ। ਜਿੰਨੀ ਇਹਦੀ ਪਰਪੱਕਤਾ ਹੋਊਗੀ ਸਾਨੂੰ ਲਗਾ ਮਾਤਰਾ ਦਾ, ਲਾਵਾਂ ਗਲਾਵਾਂ ਦਾ, ਓਨਾ ਹੀ ਗੁਰਬਾਣੀ ਸਾਡੀ ਸ਼ੁੱਧ ਹੋਊਗੀ। ਠੀਕ ਹੈ। ਇਸ ਕਾਰਨ ਕਰਕੇ ਇਹਦੇ ਜਿਹੜੇ ਅਸੀਂ ਮੁਹਾਰਨੀ ਦੇ ਆਮ ਤੌਰ 'ਤੇ 4 ਤਰੀਕੇ ਜਿਹੜੇ ਨੇ ਉਹ ਟਕਸਾਲ ਦੇ ਵਿੱਚ ਸਾਨੂੰ ਮਹਾਂਪੁਰਸ਼ ਵੈਦ ਜੀ ਹੁੰਦੇ ਸੀ, ਬੋਪਾ ਰਾਏ ਕਲਾਂ ਸੰਤ ਨਿਰੰਜਨ ਸਿੰਘ ਵੈਦ ਜੀ, ਉਹ ਸਾਨੂੰ ਕਰਾਉਂਦੇ ਸੀਗੇ 4 ਤਰੀਕੇ ਜਿਹੜੇ। ਆਪਾਂ ਚਾਰੇ ਤਰੀਕੇ ਚਲੋ 1-2 ਵਾਰੀ ਤੁਹਾਨੂੰ ਕਹਾਵਾਂਗੇ, ਉਸ ਤੋਂ ਬਾਅਦ ਫਿਰ ਆਪਾਂ ਅੱਗੇ ਉਹਨਾਂ ਦੀ ਸ਼ੁਰੂਆਤ ਕਰੀਏ। ਹਾਂਜੀ। ਐੜਾ ਮੁੱਕਾ ਐੜੇ ਕੰਨਾ ਆ, ਈੜੀ ਸਿਹਾਰੀ ਏ, ਈੜੀ ਬਿਹਾਰੀ ਈ, ਊੜੇ ਔਂਕੜ ਓ, ਊੜੇ ਦਲੈਂਕੜ ਊ, ਈੜੀ ਲਾਂ ਏ, ਐੜੇ ਦੁਲਾਵਾਂ ਐ, ਊੜੇ ਹੋੜਾ ਓ, ਐੜੇ ਕਨੌੜਾ ਔ, ਐੜੇ ਟਿੱਪੀ ਅੰਗ, ਐੜੇ ਕੰਨਾਂ ਉੱਤੇ ਬਿੰਦੀ ਆਂ। ਇਹ ਇਸ ਦਾ ਇੱਕ ਪਹਿਲਾ ਤਰੀਕਾ ਜਿਹੜਾ ਆਪਾਂ ਹੁਣ ਬੋਲ ਕੇ ਹਟੇ ਹਾਂ। ਇਹਨੂੰ ਇੱਕ ਦੂਜਾ ਤਰੀਕਾ, ਇਹਨੂੰ ਥੋੜ੍ਹਾ ਜਿਹਾ ਫਰਕ ਨਾਲ ਆ, ਉਹ ਬੋਲਾਂਗੇ ਮੁਕਤਾ ਬੋਲੇ ਅ, ਕੰਨਾ ਬੋਲੇ ਆ, ਸਿਹਾਰੀ ਬੋਲੇ ਏ, ਬਿਹਾਰੀ ਬੋਲੇ ਈ, ਔਂਕੜ ਬੋਲੇ ਓ, ਗਲੈਂਕੜ ਬੋਲੇ ਊ, ਲਾਂ ਬੋਲੇ ਏ, ਦੁਲਾਵਾਂ ਬੋਲੇ ਐ, ਹੋੜਾ ਬੋਲੇ ਓ, ਕਨੌੜਾ ਬੋਲੇ ਔ, ਟਿੱਪੀ ਬੋਲੇ ਅੰਗ, ਕੰਨਾ ਬਿੰਦੀ ਬੋਲੇ ਆਂ। ਇਹ ਇਸ ਦਾ ਦੂਜਾ ਤਰੀਕਾ ਸੀ। ਇੱਕ ਤੀਜਾ ਤਰੀਕਾ ਇਹਦਾ ਅ ਆ, ਇਹ ਈ, ਓ ਊ, ਏ ਐ, ਓ ਔ, ਅੰਗ ਆ। ਇਹ ਤੀਜਾ ਤਰੀਕਾ। ਇੱਕ ਚੌਥਾ ਤਰੀਕਾ ਇਹਦਾ, ਉਹ ਥੋੜ੍ਹਾ ਜਿਹਾ ਤੁਹਾਨੂੰ ਪਹਿਲਾਂ ਕਠਿਨ ਲੱਗੂਗਾ। ਜੇ ਮੈਂ ਸਾਰਾ ਕੰਪਲੀਟ ਬੋਲਾਂ ਤੁਹਾਡੇ ਕੋਲ ਸ਼ਾਇਦ ਪਿੱਛੇ ਨਾ ਬੋਲਿਆ ਜਾਵੇ, ਅਤੇ ਆਪਾਂ ਬੋਲ ਕੇ ਵੇਖ ਲੈਂਦੇ ਹਾਂ। ਜੇ ਨਾ ਬੋਲਿਆ ਗਿਆ ਫਿਰ ਆਪਾਂ ਉਹਦੇ ਅੱਧੇ ਦੇ ਹਿੱਸੇ 'ਚ ਬੋਲਾਂਗੇ। ਆ ਬੋਲੇ ਆ ਮੁਕਤਾ ਬੋਲੇ ਆ, ਬੋਲੇ ਕੰਨਾ ਆਪਾਂ ਅੱਧੇ 'ਚ ਬੋਲ ਲੈਂਦੇ। ਹਾਂਜੀ। ਆ ਬੋਲੇ ਆ ਮੁਕਤਾ ਬੋਲੇ, ਆ ਬੋਲੇ ਕੰਨਾ, ਇਹ ਬੋਲੇ ਇਹ ਸਿਹਾਰੀ ਬੋਲੇ, ਈ ਬੋਲੇ ਬਿਹਾਰੀ, ਉਹ ਬੋਲੇ ਉਹ ਔਂਕੜ ਬੋਲੇ, ਊ ਬੋਲੇ ਦੁਲੈਂਕੜ, ਏ ਬੋਲੇ ਏ ਲਾਂ ਬੋਲੇ, ਐ ਬੋਲੇ ਦੁਲਾਵਾਂ, ਉਹ ਬੋਲੇ ਉਹ ਹੋੜਾ ਬੋਲੇ, ਔ ਬੋਲੇ ਕਨੌੜਾ, ਅੰਗ ਬੋਲੇ ਅੰਗ ਟਿੱਪੀ ਬੋਲੇ, ਕੰਨਾ ਬਿੰਦੀ ਬੋਲੇ ਆਂ। ਇਹ ਦਾ ਚੌਥਾ ਤਰੀਕਾ। ਠੀਕ ਆ। ਇਸ ਤਰ੍ਹਾਂ ਦੇ ਨਾਲ ਇਹ ਮੁਹਾਰਨੀ ਜਦੋਂ ਆਪਣੀ ਵਧੀਆ ਪੱਕ ਜਾਵੇ, ਇਸ ਦੇ ਨਾਲ ਇੱਕ ਤਾਂ ਆਮ ਤੌਰ 'ਤੇ ਜਿਵੇਂ ਹੁਣ ਗਾਵ ਹੈ, ਉਹਨੂੰ ਕਈ ਗਾਵੇ ਕਹਿ ਦਿੰਦੇ ਆ, ਦੁਲਾਵਾਂ ਦੀ ਥਾਂ 'ਤੇ ਲਾ। ਇਹ ਲਘੂ ਅਤੇ ਦੀਰਘ ਮਾਤਰਾ, ਜਿਹੜੀਆਂ ਦੀਰਘ ਮਾਤਰਾ ਉਹਨਾਂ ਦੀਆਂ ਲੰਮੀ ਆਵਾਜ਼ ਹੁੰਦੀ ਆ, ਅਤੇ ਜਿਹੜੀ ਲਘੂ ਮਾਤਰ ਹੁੰਦੀ ਆ ਉਹਦੀ ਛੋਟੀ ਆਵਾਜ਼ ਹੁੰਦੀ ਆ। ਜਿਵੇਂ ਐੜੇ ਕੰਨਾ ਆ, ਇਹ ਦੀਰਘ ਮਾਤਰਾ ਲੰਮੀ ਆਵਾਜ਼। ਈੜੀ ਸਿਹਾਰੀ ਇਹ ਲਘੂ ਮਾਤਰਾ ਛੋਟੀ ਆਵਾਜ਼ ਆ ਜੀ। ਇਹ ਇਸੇ ਤਰ੍ਹਾਂ ਜਿਹੜਾ ਔਂਕੜ ਆ, ਊੜੇ ਔਂਕੜ, ਉਹ ਇਹ ਲਘੂ ਛੋਟੀ ਆਵਾਜ਼ ਆ ਜੀ।
ਊੜੇ ਦੇ ਲੈਂਕੜ ਊ, ਇਹ ਲੰਮੀ ਆਵਾਜ਼ ਹੈ, ਦੀਰਘ ਮਾਤਰਾ। ਇੱਦਾਂ ਦੇ ਨਾਲ ਜਦੋਂ ਇਹ ਸਾਡੀਆਂ ਪੱਕ ਜਾਂਦੀਆਂ ਨੇ, ਫਿਰ ਸਾਡੀ ਗੁਰਬਾਣੀ ਦਾ ਪਾਠ ਸ਼ੁੱਧ ਹੋ ਜਾਂਦਾ। ਅਤੇ ਜਦੋਂ ਜਪਜੀ ਸਾਹਿਬ ਜੀ ਦਾ ਤਕਰੀਬਨ ਮੈਂ ਕਹਿੰਦਾ ਸ਼ੁੱਧ ਪਾਠ ਹੋ ਜੇ, ਫਿਰ ਬਹੁਤ ਹੱਦ ਤੱਕ ਗੁਰਬਾਣੀ ਦਾ ਪਾਠ ਲਗਾ ਮਾਤਰਾ ਦਾ ਸਾਨੂੰ ਗਿਆਨ ਹੋ ਜਾਂਦਾ। ਠੀਕ ਹੈ, ਇਸ ਕਰਕੇ ਹਾਂ ਤੁਸੀਂ ਵੀ ਪਿਆਰਿਓ ਹੱਥ ਧੋ ਲਿਓ ਚੰਗਾ। ਤੁਸੀਂ ਆਪਣੇ ਪੈਰਾਂ ਨੂੰ ਹੱਥ ਤੁਹਾਡਾ ਲੱਗ ਗਿਆ। ਅੱਛਾ, ਫੋਨ ਤੋਂ ਪੜ੍ਹਨਾ, ਕੋਈ ਗੱਲ ਨਹੀਂ। ਅੱਛਾ ਨਹੀਂ, ਫਿਰ ਵੀ ਚਲੋ ਆਪਾਂ ਯਤਨ ਕਰੋ, ਜਿਹੜੇ ਫੋਨ 'ਚ ਆਪਾਂ ਬਾਣੀ ਪੜ੍ਹਦੇ ਹਾਂ ਉਹਦਾ ਵੱਧ ਤੋਂ ਵੱਧ ਆਪਾਂ ਸਤਿਕਾਰ ਰੱਖੋ ਨਾ, ਜਿੰਨਾ ਵੀ ਕਰ ਸਕਦੇ ਹਾਂ। ਉਹਨੂੰ ਪੈਰਾਂ ਵਾਲੇ ਹੱਥ ਨਾਲ ਲੱਗਣਾ। ਵੈਸੇ ਤਾਂ ਕਿਉਂਕਿ ਫੋਨ 'ਤੇ ਲੱਗਦੇ ਹੀ ਆ, ਕਹਿੰਦਾ ਜਿੰਨਾ ਮਰਜ਼ੀ ਆਪਾਂ ਯਤਨ ਕਰ ਲਓ। ਹਾਂ ਭਾਈ, ਲਓ ਭਾਈ ਦਿਓ। ਠੀਕ ਹੈ ਜੀ। ਕੋਈ ਗੱਲ ਨਹੀਂ, ਲਓ ਜੀ। ਹੁਣ ਨਵਪ੍ਰੀਤ ਸਿੰਘ ਜੀ ਅੱਗੇ ਨਾਲ ਕਰਾਉਣਗੇ। ਆ ਜਾਓ ਤੁਸੀਂ ਇੱਥੇ। ਕਿਹੜੇ ਸਿੰਘ? ਕਿਹੜਾ ਸਿੰਘ? ਅੱਛਾ, ਉਹ ਸਿੰਘ। ਠੀਕ ਹੈ, ਕੋਈ ਗੱਲ ਨਹੀਂ। ਠੀਕ ਹੈ, ਬਹੁਤ ਚੰਗੀ ਗੱਲ ਆ। ਹੌਲੀ ਹੌਲੀ ਪਤਾ ਵੀ ਕੀ ਗੱਲ ਆ, ਕਈ ਵਾਰ ਸਿੰਘਾਂ ਨੂੰ ਪਤਾ ਨਹੀਂ ਹੁੰਦਾ। ਆਪਾਂ ਜ਼ਰੂਰ ਇੱਕ ਦੂਜੇ ਨੂੰ ਪਿਆਰ ਦੇ ਨਾਲ ਦੱਸੋ, ਹੈ ਨਾ, ਪ੍ਰੇਮ ਦੇ ਨਾਲ ਦੱਸੋ ਆਪਾਂ ਸਾਰੇ ਇੱਕ ਦੂਜੇ ਨੂੰ। ਹਾਂਜੀ ਹਾਂਜੀ। ਹੁਣ ਆਪਾਂ ਉਹ ਲਿਖ ਹੀ ਦਿੰਦੇ ਮੰਗਲ ਚੌਪਈ ਸਾਹਿਬ ਜੀ ਦਾ। ਇਹ ਗੁਟਕੇ ਸਾਹਿਬਾਂ ਦੇ ਵਿੱਚ ਨਾ ਮੰਗਲ ਨਹੀਂ ਹੈ। ਇਹ ਆਪਾਂ ਬਾਣੀ ਆਰੰਭ ਕਰ ਲਓ। ਚੌਪਈ ਸਾਹਿਬ ਬਾਣੀ ਹੈ ਨਾ ਜਿਹੜੀ, ਇਹ ਪ੍ਰਕਾਸ਼ ਕਰ ਲਓ, ਕੱਢ ਲਓ। ਠੀਕ ਹੈ, ਸੈਂਤੀਆਂ ਭਾਈ ਗੁਟਕੇ ਸਾਹਿਬ ਪ੍ਰਕਾਸ਼ ਕਰ ਲਓ ਆਪਣੀ। ਸਮਝ ਤਾਂ ਮੇਰੀ ਆਉਂਦੀ ਹੈ ਤੁਹਾਨੂੰ? ਨਹੀਂ ਤਾਂ ਇਹ ਨਵਪ੍ਰੀਤ ਸਿੰਘ ਜੀ ਦੇ ਇਹਦਾ ਟਰਾਂਸਲੇਸ਼ਨ ਕਰ ਦੇਣਗੇ ਜਿਹੜਾ ਮੈਂ ਬੋਲਿਆ। ਠੀਕ ਹੈ, ਚਲੋ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹਦੀ ਜਿਹੜੀ ਆਰੰਭਤਾ ਚੌਪਈ ਸਾਹਿਬ ਬਾਣੀ ਦੀ ਨਾ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਇਹ ਫੱਫਾ ਤੱਤਾ ਤੇ ਹਾਹਾ ਮੁਕਤਾ, ਇਸ ਤਰ੍ਹਾਂ ਦੇ ਨਾਲ ਇਹ ਗੁਟਕੇ ਸਾਹਿਬਾਂ ਦੇ ਵਿੱਚ ਮੈਨੂੰ ਲੱਗਦਾ ਵੀ ਸ਼ਾਇਦ ਮੰਗਲ ਨਹੀਂ ਹਾਂਜੀ, ਹੈ ਹੀ ਨਹੀਂ ਚੌਪਈ ਸਾਹਿਬ। ਅੱਛਾ, ਹਾਂ ਹਾਂ। ਕਵਿਓ ਬਾਚ ਬੇਨਤੀ ਚੌਪਈ, ਇੱਥੋਂ ਸ਼ਾਇਦ ਗੁਟਕੇ ਸਾਹਿਬਾਂ 'ਚ ਆਰੰਭ ਹੁੰਦੀ ਹੋ। ਅੱਛਾ, ਅਕਾਲ ਉਸਤਤ ਬਾਣੀ ਦੇ ਵਿੱਚ ਆਓ ਭਾਈ। ਹਾਂ ਹਾਂ ਹਾਂਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਇਹ ਫਤਿਹ ਵੀ ਲਿਖ ਦਿਓ, ਜਿਹੜੇ ਪੰਜ ਤਰ੍ਹਾਂ ਦੀ ਹੈ। ਇੱਕ ਓਂਕਾਰ, ਇਹਦਾ ਜਿਹੜਾ ਉਚਾਰਨ ਹੈ ਇੱਕ ਓਂਕਾਰ, ਇੱਕ ਕਹਿ ਕੇ ਫਿਰ ਓੰ ਤੇ ਫਿਰ ਅੱਗੇ ਕਾਰ ਸ਼ਬਦ ਕਹਿਣਾ। ਜਿਹੜਾ ਏਕਾ, ਇਹਨੂੰ ਆਪਾਂ ਆਮ ਤੌਰ 'ਤੇ ਹਿੰਦਸਾ ਕਹਿੰਦੇ ਨੇ, ਅੰਕ ਕਹਿੰਦੇ ਆ ਇਹਨੂੰ, ਅੰਕ, ਏਕਾ ਅੰਕ ਜਾਂ ਹਿੰਦਸਾ। ਜਿਹੜਾ ਊੜਾ ਅੱਖਰ ਆ, ਇਹ ਆਪਣੇ ਜਿਹੜੀ ਵਰਨਮਾਲਾ 35 ਅੱਖਰ ਨੇ, ਉਹਦਾ ਪਹਿਲਾ ਅੱਖਰ ਆ ਇਹ ਊੜਾ। ਤੇ ਜਿਹੜੀ ਉੱਪਰ ਲੱਗੀ ਹੋਈ ਕਾਰ ਆ, ਤੇ ਇਹਨੂੰ ਪੰਜਾਬੀ ਵਿੱਚ ਇਹਨੂੰ ਲਕੀਰ ਕਹਿ ਦਿੰਦੇ ਆ। ਇਹਨੂੰ ਕਾਰ ਕਹਿੰਦੇ ਨੇ, ਉੱਪਰ ਜਿਹੜੀ ਲੱਗੀ ਹੋਈ ਇੱਦਾਂ, ਇਹਨੂੰ ਕਾਰ ਕਹਿੰਦੇ ਨੇ।
ਅੱਖਰ, ਹਾਂ ਇਹ ਊੜਾ ਅੱਖਰ ਹੋ ਗਿਆ ਨਾ। ਹਾਂ ਹਾਂ। ਤੇ ਇਸੇ ਤਰ੍ਹਾਂ ਜਿਹੜਾ ਓ ਸ਼ਬਦ ਆ ਨਾ, ਉਹ ਇਹਨੂੰ ਸੰਸਕ੍ਰਿਤ ਦੇ ਵਿੱਚ ਇਹਦਾ ਜਿਹੜਾ ਉਚਾਰਨ ਓਵੰ ਕੀਤਾ ਜਾਂਦਾ, ਓਵੰ। ਇਸ ਕਰਕੇ ਇੱਕ ਓਵੰ, ਇਹਨੂੰ ਕਾਰ ਕਹਿ ਦਿਓ, ਕਾਰ। ਹਾਂ ਹਿੰਸਾ ਦਾ ਮਤਲਬ ਅੰਕ ਕਹਿ ਲਓ, ਜਾਂ ਹਿੰਸਾ ਅੰਕ ਨੂੰ ਕਹਿੰਦੇ ਨੇ, ਮਤਲਬ ਹਿੰਦੀ ਭਾਸ਼ਾ ਦੇ ਵਿੱਚ ਇਹਨੂੰ ਅੰਕ ਹਿੰਸਾ ਕਹਿ ਦਿੰਦੇ ਨੇ, ਤੇ ਆਮ ਇਹਨੂੰ ਅੰਕ ਕਹਿ ਦਿੰਦੇ ਆ। 1 2 3 ਗਿਣਤੀ, ਇਹ ਗਣਿਤ ਵਿਦਿਆ ਦਾ ਪਹਿਲਾ ਅੱਖਰ ਆ ਇਹ, ਜਿਹੜੀ ਗਣਿਤ ਵਿਦਿਆ ਉਹਦਾ ਪਹਿਲਾ ਅੱਖਰ ਆ ਇਹ। ਜਿਹੜਾ ਊੜਾ ਅੱਖਰ ਆ ਇਹ ਵਰਨ ਵਿਦਿਆ ਦਾ ਪਹਿਲਾ ਅੱਖਰ ਆ, ਵਰਨ ਅੱਖਰੀ ਵਿਦਿਆ ਇਹਦਾ ਪਹਿਲਾ ਅੱਖਰ ਆ। ਤੇ ਜਿਹੜਾ ਫਿਰ ਅੱਗੇ ਜਿਹੜੀ ਅੱਗੇ ਉਹਨੂੰ ਕਾਰ ਕਹਿੰਦੇ ਨੇ, ਲੱਗੀ ਹੋਈ ਜਿਹੜੀ ਆ, ਇਹਦਾ ਜਿਹੜਾ ਉਚਾਰਨ ਬਣਦਾ ਇੱਕ ਓਵੰ, ਫਿਰ ਅੱਗੇ ਕਾਰ। ਇਸ ਤਰ੍ਹਾਂ ਦਾ ਉਚਾਰਨ ਆ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ, ਇਹ ਜਿਹੜਾ ਫਤਿਹ ਸ਼ਬਦ ਆ ਇਹ ਮੁਕਤਿਆਂ ਦੇ ਨਾਲ ਆ। ਇਹ 5 ਤਰ੍ਹਾਂ ਦੇ ਨਾਲ ਨਾ ਫਤਿਹ ਸ਼ਬਦ ਆਉਂਦਾ। ਇੱਕ ਤਾਂ ਫੱਫਾ ਤੱਤਾ, ਉਹ ਲਿਖ ਦਿੱਤੇ ਹੇਠਾਂ, ਫੱਫਾ ਤੱਤਾ ਤੇ ਹਾਹਾ ਮੁਕਤਾ। ਤੇ ਦੂਜਾ ਹੈਗਾ ਫੱਫਾ ਤੱਤੇ ਨੂੰ ਲਾਂ ਦੇ ਨਾਲ। ਤੀਜਾ ਹੈਗਾ ਫੱਫਾ ਤੱਤੇ ਨੂੰ ਸਿਹਾਰੀ ਤੇ ਹਾਹਾ। ਤੇ ਚੌਥਾ ਹੈਗਾ ਫੱਫਾ ਤੱਤਾ ਹਾਹੇ ਨੂੰ ਸਿਹਾਰੀ ਦੇ ਨਾਲ। ਇੱਕ ਜਿਹੜਾ ਆਮ ਤੌਰ ਤੇ ਉਹ ਫੱਫਾ ਤੱਤੇ ਨੂੰ ਲਾਂ ਤੇ ਹਾਹੇ ਨੂੰ ਸਿਹਾਰੀ ਦੇ ਨਾਲ ਵੀ ਕਈ ਥਾਵਾਂ ਤੇ ਆਉਂਦਾ ਉਹ, ਪਰ ਉਹ ਬਹੁਤ ਘੱਟ ਦੇਖਣ 'ਚ ਆਇਆ। ਆਮ ਤੌਰ ਤੇ ਇਹ ਜਿਹੜੇ 4 ਉੱਪਰ ਵਾਲੇ ਹੈਗੇ ਨੇ ਫਤਿਹ ਦੇ ਵੱਖਰੇ ਵੱਖਰੇ ਭਿੰਨ ਰੂਪ, ਵੱਖਰੇ ਵੱਖਰੇ ਰੂਪ, ਇਹ ਆਪਾਂ ਨੂੰ ਮਿਲਦੇ ਆ ਦਸਮ ਗੁਰਬਾਣੀ ਦੇ ਵਿੱਚ। ਠੀਕ ਹੈ ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ 10ਵੀਂ, ਇਸ ਦਾ ਜਿਹੜਾ ਉਚਾਰਨ ਆ ਉਹ 10ਵੀਂ, ਵਾਵੇ ਨੂੰ ਵਿਹਾਰੀ ਉੱਤੇ ਬਿੰਦੀ ਦੇ ਨਾਲ 10ਵੀਂ। ਇਹਨੂੰ ਆਮ ਤੌਰ ਤੇ ਕਿ ਮੰਮੇ ਨਾਲ ਬੋਲ ਦਿੰਦੇ ਨੇ, 10ਵੀਂ ਨਹੀਂ, ਮੰਮੇ ਨਾਲ ਨਹੀਂ ਹੈ, ਇਹਨੂੰ ਵਾਵੇ ਨਾਲ ਬੋਲਣਾ, 10ਵੀਂ। ਠੀਕ ਆ ਜੀ। ਹਾਂਜੀ, ਥੋੜਾ ਥੋੜਾ ਫਰਕ ਆ। ਹਾਂ, ਇੱਕ ਫਤਿਹ, ਫਤਿਹ ਤੇ ਇੱਕ ਫਤਿਹ। ਫਤਿਹ ਸ਼ਬਦ ਜਿਹੜਾ ਉਹ ਜਿਵੇਂ ਉੱਪਰ ਵਾਲਾ ਉਹਦੇ ਵਾਂਗ ਉਹ ਬੋਲਿਆ ਜਾਣਾ, ਹੇਠਲਾ ਜਿਹੜਾ ਬਿਲਕੁਲ ਆ। ਹਾਂਜੀ, ਉਚਾਰਨ ਤੇ ਫੱਫੇ ਤੱਤੇ ਹਾਹਾ ਤੇ ਫੱਫੇ ਤੱਤੇ ਤੇ ਹਾਹੇ ਨੂੰ ਸਾਰੇ ਕੀ ਫਰਕ ਹੋਏਗਾ? ਇਹ ਥੋੜਾ ਥੋੜਾ ਅੱਖਰਾਂ ਦੇ ਵਿੱਚ ਹੀ ਫਰਕ ਆ, ਉਂਝ ਅਰਥਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਉਚਾਰਨ ਵਿੱਚ ਥੋੜਾ ਥੋੜਾ ਭੇਦ ਆ। ਇੱਕ ਫੱਫਾ ਤੱਤਾ ਤੇ ਹਾਹਾ ਫਤਿਹ, ਉਹਨੂੰ ਬੋਲਦੇ ਆਪਾਂ ਫਤਿਹ। ਇੱਕ ਫੱਫਾ ਤੱਤੇ ਨੂੰ ਸਿਹਾਰੀ ਤੇ ਹਾਹਾ, ਉਹਨੂੰ ਫਤਿਹ। ਇੱਕ ਹੈਗਾ ਫਤਿਹ, ਜਿਹੜਾ ਫਤਿਹ ਸ਼ਬਦ ਉੱਪਰ ਵਾਲਾ ਉਹਦੇ ਨਾਲ ਹੀ ਜਿਹੜਾ ਫਤਿਹ ਸ਼ਬਦ ਹੇਠਾਂ ਹਾਹੇ ਨੂੰ ਸਿਹਾਰੀ ਵਾਲਾ, ਜਿਵੇਂ ਗਾਵ ਹੈ। ਆਮ ਤੌਰ ਤੇ ਇੱਥੇ ਇੱਕ ਥੋੜਾ ਜਿਹਾ ਹੋਰ ਮੈਂ ਦੱਸ ਦੇਵਾਂ, ਜਿਹੜੇ ਸਾਡੇ ਪਾਠ ਨੇ ਨਾ ਜੋ ਅਸੀਂ ਕਰਦੇ ਹਾਂ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਵਾਲੇ ਪਾਠ ਅਸੀਂ ਰੱਖੇ ਆ ਤੇ ਉਹ ਜ਼ਿਆਦਾ ਉਚਾਰਨ ਕਰਦੇ ਆ। ਜਿਹੜੇ ਆਮ ਤੌਰ ਤੇ ਕਈ ਵਾਰ ਪਾਠ ਗਾਵੇ ਜਾਂ ਦੇਹ ਖੇਹ ਇੱਦਾਂ ਦੇ ਪਾਠ ਜਿਹੜੇ ਆ, ਉਹ ਜਦੋਂ ਅਸੀਂ ਵੱਡੇ ਮਹਾਂਪੁਰਸ਼ਾਂ ਦੀਆਂ ਕੈਸਟਾਂ ਸੁਣਦੇ ਹਾਂ, ਸੰਤ ਬਾਬਾ ਗੁਰਬਚਨ ਸਿੰਘ ਜੀ ਦੀਆਂ ਸਾਰੀ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਰਿਕਾਰਡ ਆ ਉਹਨਾਂ ਦੀ। ਉਹਨਾਂ ਥਾਵਾਂ ਤੇ ਜਿਹੜੇ ਸਿੰਘ ਨਾਲ ਰਾਗੀ ਬਚਿੱਤਰ ਸਿੰਘ ਜੀ ਪਾਠ ਕਰਦੇ ਆ, ਉਹਨਾਂ ਦੇ ਵਿੱਚ ਉਹ ਪਾਠ ਉਹ ਇੱਦਾਂ ਨਹੀਂ ਕਰਦੇ, ਦੇਹ ਖੇਹ ਪਾਠ ਇੱਦਾਂ ਹੀ ਕਰਦੇ ਆ ਉਹ ਜਿਹੜੇ ਆ। ਤੇ ਇਸ ਤਰ੍ਹਾਂ ਦੇ ਨਾਲ ਭਿੰਡਰ ਕਲਾਂ ਵੀ ਮਹਾਂਪੁਰਸ਼ ਜਿਹੜੇ ਨੇ ਉਹ ਪਾਠ ਉਹ ਦੇਹ ਖੇਹ ਪਾਠ ਹੀ ਕਰਦੇ ਆ। ਤੇ ਜਿੰਨੇ ਵੀ ਉੱਥੇ ਵਿਦਵਾਨ ਮਹਾਂਪੁਰਸ਼ ਰਹਿੰਦੇ ਨੇ ਭਿੰਡਰ ਕਲਾਂ ਵੀ, ਉਹ ਸਾਰੇ ਪਾਠ ਸੰਤ ਹਰਭਜਨ ਸਿੰਘ ਜੀ ਤੇ ਮਹੰਤ ਕਪੂਰ ਸਿੰਘ ਜੀ, ਗਿਆਨੀ ਇੰਦਰਜੀਤ ਸਿੰਘ ਜੀ ਮਹਾਂਪੁਰਸ਼ ਰਕਬੇ ਵਾਲੇ, ਉਹ ਵੀ ਉਹ ਦੇਹ ਖੇਹ ਪਾਠ ਹੀ ਕਰਦੇ ਆ। ਹਾਂ, ਉਹ ਸਿੰਪਲ ਪਾਠ ਜਿਹੜੇ ਨੇ। ਤੇ ਫਿਰ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼, ਉਹਨਾਂ ਦੀ ਇੱਕ ਨਿਤਨੇਮ ਦੀ ਵੀ ਸ਼ਾਇਦ ਨੈੱਟ ਤੇ ਹੋਵੇ, ਉਹਦੇ ਵਿੱਚ ਵੀ ਉਹ ਦੇਹ ਖੇਹ ਪਾਠ ਹੀ ਕਰਦੇ ਆ, ਗਾਵ ਹੈ ਇੱਦਾਂ ਹੀ ਪੜ੍ਹਦੇ ਆ।
ਤੇ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਦੀ ਜਪਜੀ ਸਾਹਿਬ ਜੀ ਦੀ ਕਥਾ ਜਿਹੜੀ ਆ ਉਹਦੇ ਵਿੱਚ ਵੀ ਉਹ ਤੁਸੀਂ ਕਦੇ ਸੁਣਿਓ, ਉਹ ਭਾਈ ਜਰਨੈਲ ਸਿੰਘ ਜੀ ਪਾਠ ਕਰਦੇ ਨੇ ਉਹਨਾਂ ਦੇ ਨਾਲ। ਜਿਹੜੇ ਭਾਈ ਜਰਨੈਲ ਸਿੰਘ ਜੀ ਨੇ ਬਾਅਦ ਵਿੱਚ ਨਿਤਨੇਮ ਰਿਕਾਰਡ ਵੀ ਕੀਤਾ ਹੋਇਆ, ਪਰ ਜਿਹੜਾ ਹੁਣ ਵਾਲਾ ਰਿਕਾਰਡ ਆ ਨਿਤਨੇਮ ਉਹਦਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਦੇ ਨਾਲ ਜਿਹੜਾ ਪਾਠ ਕਰਦੇ ਆ, ਬਹੁਤ ਫਰਕ ਆ ਪਾਠਾਂ ਦਾ। ਤੁਸੀਂ ਕਦੇ ਦੇਖਿਓ ਧਿਆਨ ਨਾਲ। ਹਾਂ, ਇਹੀ ਭਾਈ ਜਰਨੈਲ ਸਿੰਘ ਜੀ ਜਿਹੜੇ ਨੇ, ਇਹੀ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਨਾਲ ਕਥਾ ਕਰਾਉਂਦੇ ਆ ਜਪਜੀ ਸਾਹਿਬ ਦੀ। ਨੈਟ ਤੋਂ ਤੁਹਾਨੂੰ ਮਿਲ ਜੂਗੀ। ਉਦੋਂ ਛੋਟੀ ਉਮਰ ਸੀ ਉਹਨਾਂ ਦੀ। ਤੇ ਉਸ ਵੇਲੇ ਉਹ ਪਾਠ ਦੇਹੇ ਖੇਹੇ ਗਾਵ ਹੈ ਪਾਵ ਹੈ ਇੱਦਾਂ ਹੀ ਪਾਠ ਉਚਾਰਨ ਕਰਦੇ ਆ। ਸੰਤ ਜਰਨੈਲ ਸਿੰਘ ਜੀ ਕਥਾ ਕਰਦੇ ਆ, ਉਹਨਾਂ ਦੇ ਨਾਲ ਇਹ ਪਾਠ ਕਰ ਰਹੇ ਨੇ। ਹਾਂਜੀ, ਵਰਨ ਦਾ ਮਤਲਬ ਹੋ ਗਿਆ ਅੱਖਰੀ ਵਿਦਿਆ, ਜਿਵੇਂ ਊੜਾ ਐੜਾ ਈੜੀ, ਇਹ ਅੱਖਰਾਂ ਦੇ ਨਾਲ ਸੰਬੰਧਿਤ ਆ। ਤੇ ਗਿਣਤ ਤੋਂ ਭਾਵ ਹੈ ਜਿਹੜੀ ਅੰਕ ਵਾਲੀ ਹੈ, ਜਿਵੇਂ ਆਪਾਂ ਏਕਾ ਦੂਆ ਤੀ ਹਮਾਇਤ ਵਾਲੇ। ਹਾਂ, ਏਕਾ ਦੂਆ ਤੀ ਜਿਹੜਾ ਉਹ ਕਰਦੇ। ਹਾਂ, ਇਹਨੂੰ ਨਾਲੇ ਨੂੰ ਸਿਆਰੀ ਪਾ ਦਿਓ, ਗਿਣਤ ਵਿਦਿਆ। ਚਲੋ ਜੀ, ਹਾਂ ਚਲੋ ਜੀ, ਕਰਾਓ ਆ ਕੇ। ਹਾਂ ਠੀਕ ਹੈ ਜੀ, ਮੈਨੂੰ ਪਤਾ ਮੈਂ ਫੇਰ ਟਾਈਮ ਲਾ ਦੇਣਾ। ਨਹੀਂ ਨਹੀਂ, ਆਵਾਂਗਾ, ਕੋਈ ਗੱਲ ਨਹੀਂ। ਹੋਰ ਕੋਈ ਚੀਜ਼ ਪੁੱਛਣ ਵਾਲੀ ਆ ਤਾਂ ਭਾਈ ਦੇਖ ਲਓ ਤੁਸੀਂ। ਠੀਕ ਆ, ਹਾਂਜੀ। ਜਦੋਂ ਕਦੇ ਕਦੇ ਇੱਕ ਵਾਰੀ ਗੁਰਬਾਣੀ ਦੇ ਹਾਰੇ ਆਉਂਦੇ ਨੇ, ਹਾਂਜੀ, ਤੇ ਜਿਵੇਂ ਕਿ ਇੱਕ ਵਾਰੀ ਮੈਂ ਜਰਨੈਲ ਸਿੰਘ ਜੀ ਨੂੰ ਪੁੱਛਿਆ ਸੀਗਾ, ਭਾਈ ਜਰਨੈਲ ਸਿੰਘ ਜੀ ਤੇ ਆਪਾਂ ਨੂੰ ਕੱਲ੍ਹ ਸਿਖਾਇਆ ਗਿਆ ਸੀਗਾ ਕਿ ਸਾਹਿਤ ਅਸੀਂ ਆਉਣ ਲੱਖ ਹੋ ਗਏ। ਉਹਨੂੰ ਦੱਸਿਆ ਕਿ ਸਹਸ ਪੜ੍ਹਨਾ ਇਹਨੂੰ, ਤੇ ਹੁਣ ਵਹੀ ਆਪ ਜੀ ਦੱਸੇ ਸੀ, ਵਹੀ ਫਰਕ ਹੈ। ਹਾਂਜੀ ਹਾਂਜੀ, ਉਹੀ। ਹਾਂਜੀ, ਇਹ ਇਸ ਤਰ੍ਹਾਂ ਹੀ ਹੋਰ ਪਾਠਾਂ ਦਾ ਫਰਕ ਆ। ਜਾਨੀ ਤੁਸੀਂ ਸੰਤ ਗੁਰਬਚਨ ਸਿੰਘ ਮਹਾਂਪੁਰਸ਼ਾਂ ਦੀਆਂ ਕੈਸਟਾਂ ਸੁਣੋਗੇ ਤੇ ਹੁਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਾਠ ਆਪਾਂ ਕਰਦੇ ਹਾਂ ਉਹ ਦੂਸਰੇ ਸਿੰਘ ਕਰਦੇ ਨੇ, ਉਹਨਾਂ ਦਾ ਬਹੁਤ ਫਰਕ ਆ। ਉਹ ਪਤਾ ਨਹੀਂ ਵੀ ਕਿਉਂ ਉਹਨਾਂ ਨੇ ਚੇਂਜ ਕੀਤਾ, ਇਹ ਹੁਣ ਉਹੀ ਦੱਸ ਸਕਦੇ ਨੇ। ਹਾਂਜੀ ਹਾਂਜੀ, ਹੁਣ ਭਗਤ ਜੀ ਮਹਾਂਪੁਰਸ਼ ਜਿਹੜੇ ਨੇ ਉਹ ਵੀ ਤਾਂ ਸੰਤ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ ਨੇ ਨਾ। ਹਾਂਜੀ, ਹਾਂ ਹਾਂ, ਠੀਕ ਆ। ਤੇ ਜਾਂਦੀ ਜੋ ਮੇਰੀ ਭਾਵਨਾ ਹੈਗੀ ਆ, ਮੇਰਾ ਵਿਸ਼ਵਾਸ ਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੇ। ਅਸੀਂ ਕਹਿੰਦੇ ਵੀ ਜੋ ਸੀਨੇ ਮਸੀਨੇ, ਹੁਣ ਤੁਸੀਂ ਭਾਈ ਦਰਸ਼ਨ ਸਿੰਘ ਜੀ ਦੇ ਕੋਲੇ ਭਿੰਡਰ ਕਲਾਂ ਕੀਤੇ ਆ, ਸਾਰੇ ਜਿੰਨੇ ਵੀ ਭਿੰਡਰ ਕਲਾਂ ਸਿੰਘ ਨੇ ਉਹ ਸਾਰੇ ਵੱਡੇ ਮਹਾਂਪੁਰਸ਼ਾਂ ਵਾਲਾ ਪਾਠ ਹੀ ਕਰਦੇ ਨੇ। ਤੇ ਅਸੀਂ ਸੋਚਦੇ ਹਾਂ ਵੀ ਉਹ ਵੇਖੋ ਇੱਕ ਸੰਪਰਦਾਇ ਦੇ ਮਹਾਨ ਮਾਰਤੰਡ ਵਿਦਵਾਨ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੀ, ਪ੍ਰਮੁੱਖ ਤੇ ਮੁਖੀਆਂ ਦੇ ਵਿੱਚੋਂ ਸੀ, ਹਨਾ। ਤੇ ਇਸ ਕਾਰਨ ਕਰਕੇ ਵੀ ਜੋ ਪਰੰਪਰਾਗਤੀ ਆਪਣੇ ਪਾਠ ਚੱਲੇ ਆਉਂਦੇ ਨੇ, ਤੇ ਪਰੰਪਰਾਗਤੀ ਪਾਠ ਤਾਂ ਉਹੀ ਹੋਣਗੇ ਜਿਹੜੇ ਸਾਡੇ ਵੱਡੇ ਕਰਦੇ ਆਏ ਆ, ਤੇ ਅਸੀਂ ਉਹ ਕਰਾਂਗੇ। ਤੇ ਜੇ ਅਸੀਂ ਫਰਕ ਪਾ ਲਿਆ, ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਦੂਜਿਆਂ ਨੇ ਹੋਰ ਫਰਕ ਪਾ ਲੈਣਾ। ਫਿਰ ਉਹ ਜਿਹੜੇ ਅੱਗੇ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਸੰਤ ਗੁਰਬਚਨ ਸਿੰਘ ਜੀ ਦਾ ਪਾਠ ਸੁਣਨਾ ਤੇ ਸਾਡਾ ਕਹਿੰਦੇ ਤੁਸੀਂ ਤਾਂ ਬਹੁਤ ਫਰਕ ਆ ਤੁਹਾਡਾ ਪਾਠ ਵਿੱਚ। ਇੱਕ ਪਾਸੇ ਅਸੀਂ ਉਹਨਾਂ ਨੂੰ ਆਪਣਾ ਆਗੂ ਮੰਨਿਆ ਸੰਤ ਗੁਰਬਚਨ ਸਿੰਘ, ਇੱਕ ਪਾਸੇ ਅਸੀਂ ਉਹਨਾਂ ਦਾ ਪਾਠ ਨਹੀਂ ਮੰਨ ਰਹੇ, ਉਹ ਫਿਰ ਗਲਤ ਦੀ ਗੱਲ ਹੋ ਜਾਂਦੀ ਆ। ਇਸ ਕਾਰਨ ਕਰਕੇ ਜਿਹੜੇ ਸਾਡਾ ਅਸੀਂ ਕਹਿੰਦੇ ਵੀ ਚਾਹੇ ਸੰਤ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਨੇ ਪਾਠ ਜਿੱਦਾਂ ਵੀ ਕਰਾ ਦਿੱਤਾ, ਚਾਹੇ ਗਲਤੀ ਕਰਾ ਦਿੱਤਾ ਜੀ, ਪਰ ਜੇ ਸਾਡਾ ਵਿਸ਼ਵਾਸ ਆ ਉਹਨਾਂ ਤੇ, ਅਸੀਂ ਉਹਨੂੰ ਮਾਰਤੰਡ ਦਾ ਵਿਦਵਾਨਾਂ ਨੇ ਦਰਜਾ ਦਿੱਤਾ ਹੋਇਆ। ਇਹ ਇੱਕ ਹੋਰ ਚੀਜ਼ ਹੁੰਦੀ ਹੈ ਜੀ ਜੋ ਮੈਨੂੰ ਵਿਦਿਆ ਪੜ੍ਹਨ ਦੇ ਸਮੇਂ ਪਤਾ ਲੱਗਿਆ। ਜਿਹੜੀ ਇਹ ਮੁਹਾਰਨੀ ਦੇ ਅੱਖਰ ਨੇ ਨਾ, ਇਹ ਬੋਲਣ ਦੇ ਸਮੇਂ ਇਹਨਾਂ ਦੀ ਕੱਲੇ ਕੱਲੇ ਅੱਖਰਾਂ ਦੀ ਅਲੱਗ ਆਵਾਜ਼ ਆ। ਜਦੋਂ ਇਹ ਦੋ ਅੱਖਰ ਇਕੱਠੇ ਹੋ ਜਾਣਗੇ, ਤਿੰਨ ਅੱਖਰ ਇਕੱਠੇ ਹੋ ਜਾਣਗੇ, ਇਹਨਾਂ ਦੀ ਆਵਾਜ਼ 'ਚ ਫਰਕ ਪਊਗਾ। ਹੁਣ ਤੱਕ ਜਿਨ੍ਹਾਂ ਦੇ ਕੋਲੋਂ ਮੈਂ ਸੰਤ ਬਲਵੰਤ ਸਿੰਘ ਜੀ ਇੱਕ ਨਿਰਮਲ ਸੰਪਰਦਾਇ ਦੇ ਮਹਾਨ ਵਿਦਵਾਨ ਹੋਏ ਨੇ ਤੇ ਲਿਖਾਰੀ ਸੀ ਨਿਰਮਲ ਸੰਪਰਦਾਇ ਦੇ, ਮੈਂ ਉਹਨਾਂ ਦੇ ਕੋਲੋਂ ਪਿੰਗਲ ਪੜ੍ਹਦਾ ਸੀ, ਪਤਾ ਹੋ ਤੁਹਾਨੂੰ। ਮੈਂ ਰੂਪਦੀਪ ਪਿੰਗਲ, ਜਿਹਦੇ ਵਿੱਚ ਇਹ ਸੰਦ ਸ਼ਾਸਤਰ ਦੇ ਬਾਰੇ ਜਾਣਕਾਰੀ ਆ ਵੀ ਇਹ ਸੰਦਾਂ ਦੀਆਂ ਕਿੰਨੀਆਂ ਮਾਤਰਾ ਹੁੰਦੀਆਂ, ਕਿੱਦਾਂ ਦਾ ਇਹ ਸਾਰਾ। ਜਿਹੜੇ ਵਿਦਵਾਨ ਇੱਦਾਂ ਦੇ ਨਾਲ ਉਚਾਰਨ ਕਰਦੇ ਨੇ ਉਹਨਾਂ ਵਿਦਵਾਨਾਂ ਨੇ ਪਿੰਗਲ ਨਹੀਂ ਪੜ੍ਹਿਆ, ਮੈਂ ਇਹ ਸਮਝਦਾ। ਜੇ ਉਹ ਪਿੰਗਲ ਪੜ੍ਹੇ ਹੋਣ ਫਿਰ ਉਹ ਕਦੇ ਇੱਦਾਂ ਦੇ ਉਚਾਰਨ ਨਹੀਂ ਕਰਨਗੇ ਉਹਦੇ 'ਤੇ। ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਨਹੀਂ,
ਉਹਨਾਂ ਨੇ ਇਹੀ ਗੱਲ ਕਹੀ ਸੀ। ਉਹ ਕਹਿੰਦੇ ਵੀ 2 ਅੱਖਰ ਇਕੱਠੇ ਹੋ ਕੇ ਆਵਾਜ਼ 'ਚ ਫਰਕ ਪੈ ਜੂ, 3 ਅੱਖਰ ਹੋ ਕੇ ਉਹਦਾ ਹੋਰ ਫਰਕ ਪੈ ਜੂ। ਕਹਿੰਦੇ ਵੀ ਇਕੱਲੇ ਅੱਖਰ ਦੀ ਆਵਾਜ਼ ਇਕੱਲੀ ਹੁੰਦੀ ਆ। ਹੁਣ ਹਾਹਾ ਮੁਕਤਾ ਹ ਇਕੱਲੀ ਆਵਾਜ਼ ਆ, ਨੰਨਾ ਮੁਕਤਾ ਨ ਇਕੱਲੀ ਆਵਾਜ਼ ਆ। ਹੁਣ ਜਦੋਂ ਅਸੀਂ ਦੋਹਾਂ ਨੂੰ ਬੋਲਾਂਗੇ, ਇਹਨੂੰ ਨਹ ਬੋਲਾਂਗੇ, ਤੇ ਜੇ ਇਕੱਲੇ ਇਕੱਲੇ ਨੂੰ ਫਿਰ ਨ ਹ, ਫਿਰ ਇੱਦਾਂ ਬੋਲਣਾ ਪਊ, ਨ ਹ, ਇੱਦਾਂ ਦਾ ਉਚਾਰਨ ਨਹੀਂ ਹੋਣਾ। ਨਹ ਨਹ ਸ਼ਬਦ ਜਿਹੜਾ ਸੀ ਜਾਂ ਉਹਦਾ ਫਰਕ ਪੈਣਾ। ਉਹ ਕਹਿੰਦੇ ਇਕੱਠੇ ਹੋ ਕੇ ਜੁੜ ਕੇ ਉਹਨਾਂ ਦੀਆਂ ਆਵਾਜ਼ਾਂ ਦਾ ਫਰਕ ਪੈਣਾ। ਉਹ ਹੋ ਜਾਂਦੀ ਇਕੱਲੇ ਅੱਖਰ ਦੀ ਇਕੱਲੀ ਆਵਾਜ਼ ਆ। ਤੇ ਜਾਂ ਜਿਵੇਂ ਹੁਣ ਦੂਸਰਾ ਵੀ ਫਿਰ ਉਹ ਗਾਵ ਇਹ ਇੱਦਾਂ ਕਰਨਾ ਪਊ, ਹਾਹੇ ਹੁਸ਼ਿਆਰੀ ਹੈ ਇੱਦਾਂ ਦਾ। ਉਹ ਇਸ ਤਰ੍ਹਾਂ ਦੇ ਨਾਲ ਜਿਹੜੇ ਪਾਠ ਨੇ ਤਾਂ ਕਰਕੇ ਫਰਕ ਪੈਂਦੇ ਨੇ। ਪਰ ਹੁਣ ਤੱਕ ਮੈਂ ਜਿੰਨੇ ਵੀ ਵਿਦਵਾਨਾਂ ਨੂੰ ਪੁੱਛਿਆ, ਜਿਹੜੇ ਕੋਈ ਪਿੰਗਲ ਦੇ ਵਿਦਵਾਨ ਨੇ ਤੇ ਜਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੇ ਸਮੇਂ ਦੇ ਪੁਰਾਣੇ ਵਿਦਵਾਨ ਨੇ, ਹੋਰ ਸੰਸਕ੍ਰਿਤ ਦੇ ਵਿਦਵਾਨ ਨੇ, ਮੈਂ ਹੁਣ ਦੇ ਸਮੇਂ ਦੇ ਅੰਦਰ ਸੰਤ ਗਿਆਨੀ ਮੋਹਨ ਸਿੰਘ ਜੀ ਜਿਹੜੇ ਨੇ ਨਾ ਮਹਾਂਪੁਰਸ਼, ਉਹਨਾਂ ਦੀ 100 ਸਾਲ ਤੋਂ ਉੱਪਰ ਉਮਰ ਆ। ਉਹਨਾਂ ਸੰਸਕ੍ਰਿਤ ਉਹਨਾਂ ਵਰਗੀ ਕਿਸੇ ਦੀ ਨਹੀਂ ਹੈ ਆਪਣੇ ਸਿੱਖਾਂ ਦੇ ਵਿੱਚੋਂ ਕਹਿ ਲਓ। ਇਸੇ ਤਰ੍ਹਾਂ ਵੇਦਾਂਤ, ਗੁਰਮਤ, ਹਰ ਇੱਕ ਪੱਖਾਂ ਦੇ ਵਿੱਚੋਂ ਉਹ ਇੱਕ ਮੁਕੰਮਲ ਜੀਵਨ ਸੀ। ਸੰਤ ਗੁਰਬਚਨ ਸਿੰਘ ਖਾਲਸਾ ਜੀ ਕਈ ਵਾਰ ਆਪ ਕਹਿੰਦੇ ਹੁੰਦੇ ਸੀ, ਉਹਨਾਂ ਨੇ ਆਪ ਇਹਨਾਂ ਨੂੰ ਆਪਣੇ ਤੋਂ ਵੱਧ ਅੱਗੇ ਵਿੱਦਿਆ ਪੜ੍ਹਨ ਵਾਸਤੇ ਕਾਸ਼ੀ ਦੇ ਵਿੱਚ ਭੇਜਿਆ, ਬਨਾਰਸ ਭੇਜਿਆ, ਕਈ ਥਾਵਾਂ 'ਤੇ ਭੇਜਿਆ। ਤੇ ਸੰਤ ਗੁਰਬਚਨ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਸਾਡੇ ਨਾਲੋਂ ਇਹ ਵਿੱਦਿਆ ਇਹਨਾਂ ਨੇ ਵੱਧ ਪੜ੍ਹੀ ਹੋਈ ਆ, ਸੰਤ ਗਿਆਨੀ ਮੋਹਨ ਸਿੰਘ ਜੀ ਨੇ। ਉਹਨਾਂ ਦੇ ਜਿਹੜੇ ਉਚਾਰਨ ਬਿਲਕੁਲ ਜਿੱਦਾਂ ਸੰਤ ਗੁਰਬਚਨ ਸਿੰਘ ਦੇ ਸੀਗੇ ਉਹ ਆ ਸੇਮ। ਹਾਂ, ਉਹੀ ਸੇਮ ਹੀ ਆ ਸਾਰੀਆਂ ਚੀਜ਼ਾਂ ਦੇ। ਤਾਂ ਮੈਂ ਵੇਖ ਰਿਹਾ ਵੀ ਜਿਹੜੇ ਏਡੇ ਏਡੇ ਸੰਸਕ੍ਰਿਤ ਦੇ ਵਿਦਵਾਨ ਨੇ, ਪਿੰਗਲ ਦੇ ਵਿਦਵਾਨ ਨੇ, ਉਹ ਤਾਂ ਕੀ ਆਪਦੇ ਉਚਾਰਨ ਬਦਲ ਨਹੀਂ ਰਹੇ, ਵੀ ਅਸੀਂ ਕਿਉਂ ਬਦਲ ਰਹੇ। ਇਸ ਕਾਰਨ ਕਰਕੇ ਸਾਨੂੰ ਮੇਰੇ ਹਿਸਾਬ ਦੇ ਨਾਲ ਵੀ ਨਹੀਂ ਬਦਲਣੇ ਚਾਹੀਦੇ। ਜੋ ਵੱਡੇ ਮਹਾਂਪੁਰਸ਼ਾਂ ਦੇ ਸਮੇਂ ਦੇ ਪਾਠ, ਪਰੰਪਰਾਗਤੀ ਟਕਸਾਲ ਦੇ, ਟਕਸਾਲੀ ਪਾਠ ਉਹਨਾਂ ਨੂੰ ਆਪਾਂ ਕਹਾਂਗੇ, ਜਿਹੜੇ ਟਕਸਾਲੀ ਪਾਠ ਆ ਸਾਨੂੰ ਉਹੀ ਰੱਖਣੇ ਚਾਹੀਦੇ ਆ। ਤੇ ਜੇ ਸਾਨੂੰ ਭੁਲੇਖਾ ਵੀ ਲੱਗਦਾ, ਸੰਤ ਗੁਰਬਚਨ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ, ਉਹਨਾਂ ਦੀਆਂ ਕੈਸਟਾਂ ਸਾਡੇ ਕੋਲੇ ਹੈਗੀਆਂ, ਆਪਣੇ ਕੋਲ ਨੈਟ 'ਤੇ ਨੇ। ਉਹ ਤੁਸੀਂ ਕਦੇ ਜਦੋਂ ਕਦੇ ਤੁਹਾਨੂੰ ਭੁਲੇਖਾ ਲੱਗਦਾ ਤੁਸੀਂ ਉਹ ਸੁਣੋ, ਬਿਲਕੁਲ ਕੋਈ ਫਰਕ ਨਹੀਂ। ਜੋ ਸੰਤ ਗੁਰਬਚਨ ਸਿੰਘ ਜੀ ਦੇ ਪਾਠ ਨੇ ਉਹੀ ਸੰਤ ਕਰਤਾਰ ਸਿੰਘ ਜੀ ਦੇ ਪਾਠ ਨੇ, ਜੋ ਸੰਤ ਗੁਰਬਚਨ ਸਿੰਘ ਜੀ ਦੇ ਪਾਠ ਨੇ ਉਹੀ ਸੰਤ ਜਰਨੈਲ ਸਿੰਘ ਜੀ ਦੇ ਪਾਠ ਨੇ, ਜੋ ਸੰਤ ਗੁਰਬਚਨ ਸਿੰਘ ਜੀ ਦੇ ਪਾਠ ਨੇ ਉਹੀ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਪਾਠ ਆ। ਤੇ ਜੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਪਾਠ ਨੇ ਉਹੀ ਜਿਹੜੇ ਉਹਨਾਂ ਦੇ ਪੁਰਾਣੇ ਵਿਦਵਾਨ ਨੇ, ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲੇ, ਸੰਤ ਗਿਆਨੀ ਪੂਰਨ ਸਿੰਘ ਜੀ ਦਿੱਲੀ ਵਾਲੇ, ਹੋਰ ਸਾਰੇ ਜਿਹੜੇ ਉਹਨਾਂ ਦੇ ਵਿਦਿਆਰਥੀ ਆ, ਬਹੁ ਗਿਣਤੀ ਉਹਨਾਂ ਦੀ ਉਹ ਪੁਰਾਣਿਆਂ ਦੀ ਆ, ਉਹੀ ਪਾਠ ਰੱਖੇ ਹੋਏ ਨੇ ਉਹਨਾਂ ਨੇ। ਠੀਕ ਹੈ ਨਾ। ਤੇ ਤਾਂ ਕਰਕੇ ਵੀ ਮੈਂ ਸੋਚਦਾ ਵੀ ਉਹੀ ਰੱਖਿਆ ਜਾਣ ਤਾਂ ਜ਼ਿਆਦਾ ਵਧੀਆ। ਬਾਕੀ ਤਾਂ ਚਲੋ ਹਰ ਇੱਕ ਗੁਰਸਿੱਖਾਂ ਦੀ ਭਾਵਨਾ ਹੁੰਦੀ ਆ, ਜਿਵੇਂ ਜਿਵੇਂ ਕਿਸੇ ਦੀ ਭਾਵਨਾ। ਹੋਰ ਕੀ ਗੱਲ ਆ ਤਾਂ ਦੱਸੋ ਜੀ। ਚਲੋ ਆ ਜਾਓ ਤੁਸੀਂ ਇੱਧਰ ਆ ਜਾਓ, ਮੈਂ ਤੁਹਾਨੂੰ ਤਾਂ ਬੇਨਤੀ ਕਰਦਾ ਆ ਜਾਓ। ਹਾਂਜੀ ਤੇਰਾ ਤਾਂ ਹੈ। ਹਾਂ ਹਾਂ ਕਰਾਓ, ਆ ਜਾਓ ਭਾਈ ਕਰੋ। ਠੀਕ ਹੈ ਜੀ। ਇਹ ਭਾਈ ਨਾਪ੍ਰੀਤ ਸਿੰਘ ਜੀ। ਹੋਰ ਕੀ ਮੇਰੇ ਕੋਈ ਵਿਚਾਰ ਕਰਨ ਲਈ ਤਾਂ ਕੋਈ ਗੱਲ ਨਹੀਂ। ਹੁਣ ਟਾਈਮ ਆਪਣੇ ਕੋਲ ਥੋੜ੍ਹਾ ਰਹਿ ਗਿਆ, ਇਸ ਕਰਕੇ ਭਾਈ ਨਾਪ੍ਰੀਤ ਸਿੰਘ ਜੀ ਚੌਕੀ ਸਾਹਿਬ ਬਣ ਜਿਹੜਾ ਪਾਠ ਆ ਉਹ ਤੁਹਾਨੂੰ ਕਰਾ ਦਿੰਦੇ। ਕਰੋ ਭਾਈ ਸ਼ੁਰੂ। ਆਪਾਂ ਆਰੰਭ ਕਰਨਾ ਮੰਗਲ ਤੋਂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਠ ਸਾਹਿਬ ਅਸਲੀ ਪਹਿਲੇ ਤੁਸੀਂ ਸ਼ੁਰੂ ਕਰ ਲਓ ਤੇ anybody is not comfortable reading you can skip your turn. Okay, so ਕਰੀਏ ਸ਼ੁਰੂ ਫਿਰ। ਠੀਕ ਹੈ ਜੀ, ਪ੍ਰਤਪਾਰਾ।
ਕਰੀਆ ਇੱਥੇ ਯਹੀ ਹੈ ਇਹ ਨਾ ਜਿਹੜੇ ਜੇਈ ਅੱਖਰ ਨੇ ਜੀ ਇਹ ਵੀ ਮੈਂ ਥੋੜੇ ਦੱਸ ਦੇਣਾ ਤੁਹਾਨੂੰ। ਗੁਰਬਾਣੀ ਦੇ ਵਿੱਚ ਇਹਦੇ 15-16 ਤਰੀਕੇ ਨੇ ਉਚਾਰਨ ਕਰਨ ਦੇ ਜੇਈ ਇਹਦੇ। ਕਈ ਵਾਰ ਸਾਨੂੰ ਇਹ ਵੀ ਭੁਲੇਖਾ ਹੁੰਦਾ ਕਿ ਜੀ ਇੱਥੇ ਅੱਧਾ ਜਈਆ ਇਹਦਾ ਕੋਈ ਹੋਰ ਉਚਾਰਨ ਹੈ। ਇਹ ਜਈਆਂ ਦੇ 4 ਰੂਪ ਨੇ ਤਕਰੀਬਨ ਅਲੱਗ-ਅਲੱਗ। ਇੱਕ ਅੱਧਾ ਜਈਆ ਇੱਕ ਸਾਈਡ ਤੋਂ ਨਿਕਲਿਆ ਹੋਇਆ, ਇੱਕ ਉੱਪਰਲੇ ਪਾਸੇ ਤੋਂ ਚੱਕਿਆ ਹੋਇਆ, ਇਹਦੇ ਅਲੱਗ-ਅਲੱਗ ਨੇ। ਇਸ ਕਰਕੇ ਜਿਹੜਾ ਜਈਆ ਅੱਖਰ ਕਦੇ ਇਹ ਊੜੇ ਦੀ ਆਵਾਜ਼ ਦਿੰਦਾ, ਕਦੇ ਕੱਲੀਆਂ ਦੁਲਾਵਾਂ ਬੋਲੂਗਾ। ਜਿੱਦਾਂ ਹਿੰਸਤ ਹੀ ਹੈ ਰਾਜ ਹਜ਼ਾਰੇ, ਹੁਣ ਉੱਥੇ ਹਾਹਾ ਤੇ ਜਈਆ ਉਹਦਾ ਜਿਹੜਾ ਉਹ ਜਈਆ ਕੱਲੀਆਂ ਉਹਨੇ ਦੁਲਾਵਾਂ ਦਾ ਰੂਪ ਹੀ ਦੇਣਾ ਹੁੰਦਾ ਹੈ ਰਾਜ। ਇਸੇ ਤਰ੍ਹਾਂ ਕਦੇ ਇਹ ਈੜੀ ਦੇ ਰੂਪ ਵਿੱਚ, ਕਦੇ ਸਿਹਾਰੀ ਔਂਕੜ, ਕਦੇ 2 ਈੜੀਆਂ ਦੀ ਆਵਾਜ਼ ਵੀ ਕਰਦਾ ਹੈ, ਜਿਵੇਂ ਦਈਏ ਦੋਇਆ। ਉਹ ਤੁਸੀਂ ਗੁਰਬਾਣੀ ਚ ਇਹਨਾਂ ਨੇ ਸਮਝਿਆ ਵੀ ਤੁਹਾਨੂੰ ਪਤਾ ਹੋਊਗਾ। ਇਸ ਤਰ੍ਹਾਂ ਦੇ ਨਾਲ ਇੱਥੇ ਕਰੀ ਹੈ। ਕੱਲ੍ਹ ਇੱਕ ਸਿੰਘ ਨੇ ਪੁੱਛਿਆ ਸੀ, ਕਹਿੰਦੇ ਜੀ ਗੁਰੂ ਸਾਹਿਬ ਜੀ ਨੇ ਇਹ ਕਿਉਂ ਨਹੀਂ ਲਿਖਿਆ? ਉਹ ਨਾ ਲਿਖਣ ਦਾ ਕਾਰਨ ਕੀ ਸੀ? ਇਹ ਜਿਹੜੀ ਚੌਪਈ ਆ ਨਾ, ਚੌਪਈ ਦਾ ਮਤਲਬ ਹੁੰਦਾ ਚੌਪਈ, ਜਿਸ ਦੇ 4 ਬੰਦ ਹੋਣ। ਚੌ ਮੈਨੇ 4, ਪਈ ਮੈਨੇ ਪੈਰ ਬੰਦ। ਇਹ 4-4 ਪੰਗਤੀਆਂ ਦਾ ਇੱਕ ਬੰਦ ਆਉਂਦਾ। ਜਦੋਂ 4 ਪੰਗਤੀਆਂ ਹੋ ਜਾਂਦੀਆਂ ਨੇ ਫਿਰ ਅੰਕ ਆਉਂਦੇ ਆ, ਇਸ ਕਰਕੇ ਇਹਨੂੰ ਚੌਪਈ ਕਹਿੰਦੇ ਆ। ਤੇ ਜੇ ਉਹ ਕਰਦੇ ਨੇ ਚੌਪਈ ਜਿਹੜੀ ਹੁੰਦੀ ਆ ਉਹ 16 ਮਾਤਰਾ ਦੀ ਹੁੰਦੀ ਆ। ਪਿੰਗਲ ਦੇ ਵਿੱਚ ਜਿਹੜੀਆਂ ਮਾਤਰਾ ਹੁੰਦੀਆਂ ਨੇ, ਮਾਤਰਕ ਛੰਦ ਹੁੰਦੇ ਨੇ, ਇਹਦੀਆਂ 16 ਮਾਤਰਾ ਨੇ। ਇਸ ਕਾਰਨ ਕਰਕੇ 15 ਜਾਂ 16, ਕਦੇ ਇਹਦੀਆਂ 15 ਮਾਤਰਾ ਹੋਣਗੀਆਂ, ਕਦੇ 16 ਮਾਤਰਾ ਹੋਣਗੀਆਂ। ਉਹ ਮਾਤਰਾ ਨੂੰ ਪੂਰੀਆਂ ਰੱਖਣ ਵਾਸਤੇ ਜਿੱਥੇ ਗੁਰੂ ਸਾਹਿਬ ਜੀ ਦੇ ਨਾਲ ਐੜਾ ਲਾਉਣਾ ਸੀ ਤਾਂ ਮਾਤਰਾ ਹੋਰ ਵੱਧ ਜਾਂਦੀਆਂ ਸੀ, ਤੇ ਇਸ ਕਰਕੇ ਫਿਰ ਉੱਥੇ ਜਈਆ ਟੱਲਾ ਲਿਖ ਦਿੰਦੇ ਨੇ, ਤੇ ਤਾਂ ਕਿ ਜਿਹੜਾ ਉਹਦਾ ਉਚਾਰਨ ਉਸੇ ਤਰ੍ਹਾਂ ਹੀ ਹੋਊਗਾ। ਤੇ ਸਿਰਫ ਉਹਦੀਆਂ ਮਾਤਰਾ ਨੂੰ ਘਟਾਉਣ ਵਾਸਤੇ ਉਹ ਜਈਆ ਲਾਇਆ ਗਿਆ। ਇਸ ਕਰਕੇ ਯੂਨੀਕ ਜਿਹੜਾ ਖੱਦਾ ਹੀ ਹੈਗਾ ਉਹਦਾ ਕੀ ਉਚਾਰਨ? ਇਹਦੇ ਉਚਾਰਨ ਦੇ ਵਿੱਚ ਅਲੱਗ-ਅਲੱਗ ਨੇ। ਉਹ ਜਿਵੇਂ ਐੜਾ ਬਣ ਗਿਆ, ਜਿਵੇਂ ਸੇਵਕ ਸਿੱਖ ਹਮਾਰੇ ਦਾਈਏ, ਉਹ ਸਿੱਖ ਥੋੜਾ ਜਿਹਾ ਬਣੇਗਾ। ਉੱਥੇ ਕੱਲੇ ਐੜੇ ਦੀ ਆਵਾਜ਼ ਵੀ ਦਿੰਦਾ ਉਹ। ਤੇ ਬਾਕੀ ਉਹ ਕਈ ਵਾਰਾਂ ਜਿਵੇਂ ਸਰਵਾ ਪ੍ਰਣਾਦ ਹੈ, ਅੰਤਨ ਵੱਢ ਹੈ, ਉੱਥੇ ਜਾਈਏ ਪੂਰੇ ਨੇ, ਕਈਆਂ ਨੇ ਅੱਧੇ ਲਿਖੇ ਨੇ, ਉਹਨੂੰ ਪ੍ਰਣਾਦ ਹੈ, ਵੱਢ ਹੈ, ਇੱਦਾਂ ਦੇ ਕਰਕੇ ਵੀ ਉਚਾਰਨ ਕਰਦੇ ਨੇ। ਪਰ ਇਹ ਟਕਸਾਲ ਦੇ ਵਿੱਚ ਉਹਨੂੰ ਪ੍ਰਣਾਦ ਹੈ ਤੇ ਵੱਢ ਹੈ ਸ਼ਬਦ ਜਿਹੜਾ ਸੀ ਉਹ ਉਚਾਰਨ ਕਰਦੇ। ਹਾਂਜੀ ਚਲੋ ਭਾਈ। Sevak Sikh Arab. The Yaya becomes an Arab. Obariya. Sihariya par jada Yaya, the Yaya represents more than one vowel, and so when you sound it out, it becomes Obariya. Same thing with Kariya. ਜਿਵੇਂ ਜਿਹੜਾ ਕਰਿਆ ਲਿਖਿਆ ਸੀਗਾ ਇਹ ਦੇ ਨਾਲ, ਉਹਦਾ ਜਿਹੜਾ ਸ਼ੁੱਧ ਉਚਾਰਨ ਆ ਉਹ ਹੈਗਾ ਕਰੀਆ। ਇੱਥੇ ਵੀ ਉਸੇ ਤਰ੍ਹਾਂ ਉਹ ਬਰਿਆ ਨਹੀਂ ਬੋਲਣਾ, ਉਹ ਬਰੀਆ ਪਾਠ ਇੱਥੇ।
ਇੱਥੇ ਸਿਫਕਨ ਕੋ ਸਿਵਗੁਣ ਲਿਖਿਆ, ਪਰ ਆਮ ਤੌਰ ਤੇ ਟਕਸਾਲ ਦੇ ਵਿੱਚ ਸਬਗੁਣ ਕਰਾਇਆ ਜਾਂਦਾ, ਤੇ ਗੁਟਕਾ ਸਾਹਿਬ ਦੇ ਵਿੱਚ ਵੀ ਜਿਵੇਂ ਸਬਗੁਣ ਲਿਖਿਆ ਹੋਊਗਾ, ਪਰ ਇੱਥੇ ਜਿਹੜੇ ਬੁੱਢੇ ਦੇ ਗੁਟਕੇ ਹੈ ਇੱਥੇ ਤੇ ਸਿਵਗੁਣ ਨੇ। ਸਬਗੁਣ ਸਿਫਕਨ ਕੋ ਸਬਗੁਣ ਸੁਖ ਦਿਓ। ਠੀਕ ਹੈ ਜੀ। ਸਤਰਨ ਕੋ ਪਰਮੋ ਬਲ ਜੀਵ ਘਟ ਘਟ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਨ ਚੀਟੀ ਤੇ ਕੁੰਜਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸਾਤਨ ਦੁਖ ਪਾਏ ਸੁਖ ਪਾਏ ਸਾਧਨ ਕੇ ਸੁਖੀ एक एक की पीर पछानै कट कट के पट पट की जानै। जब उत्कर्ष करा करतारा प्रजा धरत तब देह अपारा जब आकर्ष करत हो कब हूँ तुम मैं मिलत देह धर सब हूँ। ਹਾਂਜੀ ਭੈਣ। जिते बदन सृष्ट सब धारा आप अपनी बुझ उचारा तुम सभी ते रहत निरालम जानत भेद भेद हर आलम। निरंकार नृत्यकार निर्लंब आद नील अनाद असंग ताका मूल उच्चारित पेता चाह को पेद न पावत पेता ताको कर पावन अनुमानत महामूल कश भेद न जानत महादेव को कहत सदा शिव ਕਉ ਮਹਾदेव ਕਉ महादेव को कहत सदा शिव निरंकार का चीनत नह पिव। आपो अपनी बुध है जेती वर्णत भिन्न भिन्न तुहि देती तुमरा लखा न जाय पसारा कह विद सजा प्रथम संसारा। एकै रूप अनूप स्वरूपा रंग भयो राखी भूपा अंजन चीरत एकज कीनी उत्पल खान बहुल रत्नी। कहूँ फूल राजा हुआ बैठा कहूँ सिमट भयो अंतर बैठा सगरी सृष्टि दिखाए अभिजम तव आदि जुगादि स्वरूप स्वयं तव। अब रक्षा मेरी तुम करो सिख उबार असिख संगरो दुष्ट जिते उठवत उत्पाता सकल क्लेश करो रण घाता। जे असुरता सरनी करे तिनके दोष दुख हवा मरे पुरख जवन पग परे ते भारे तिनके तुम संकट सब तारे। जो काल को एक बार ध्याइयै ਤੇ ਹੈ ਤੇ ਹੈ जो काल को एक बार ध्याइयै ਕਾਲ ਕੋ जो काल को ਇੱਕ ਬਾਰ एक बार ਤੇ ਹੈ ध्याइयै ਤੇ not ਤੇ ਆਈ ਨਹੀਂ ਬੋਲਣਾ ਤੇ ਹੈ। ਠੀਕ ਹੈ। ताका काल ਤਾਂ ਕੇ ਕਾਲ आके काल ਨਿਕਟ निकट में है ਹੈ रक्षा हुए तहें सब काला दुष्ट अरिष्ट टरे तत्काला कृपा दृष्ट जहे निहरवो ताके ताप तनक मह हरवो रिद्ध सिद्ध कर्म सब होई दुष्ट साहस सके ना कोई। एक बार दिन तुम्हें संभारा काल ताप के ताहे उबारा जिन नाम तिहारो कहा दारद दुष्ट लोक पे रहा। खड़ग की मैं संतहारी आप हाथ ले उबारी साई ठोर मोह हो सहाई दुष्ट तो ते ले बचाई। कृपा करे हम पर जगमाता जगमान जगमाता जगमाता माता जगमाता ग्रंथ का पुराण सब शुभ राता शुभ ਦਾ ਅੰਕ सब राता ਠੀਕ
ਦੋਹਰਾ ਆ ਇਹ ਰਾਮ ਅਵਤਾਰ ਵਿੱਚੋਂ ਆ It's from a different composition in Dasam Granth, but it's read with Chaupai Sahib. So in some Gurkha Sahibs, like for example, if you're reading Chaupai Sahib from Rara Sahib, it won't have it after Chaupai Sahib, it'll have other Dohara first, and you'll have it at the end. Chaupai Sahib comes at the end of Chiritra Bhakyan, right before Zafarnama. And then the Sudai and the Dohara, those are from the Ram Avatar. Anybody have any other questions? Oh, Ravivara. Hindi ਦਾ ਰਵੀਵਾਰ ਕਰਦੇ ਆ ਉਹ ਪਰ ਜਿਵੇਂ ਗੁਰਮੁਖੀ ਦੇ ਵਿੱਚ ਉਹ ਸਿਹਾਰੀ ਰੂਪ ਵਿੱਚ ਬੋਲਣਾ ਆ ਰਵੀ ਨਹੀਂ ਕਰਨਾ ਰਵਿਵਾਰਾ ਹਾਂਜੀ ਔਰ ਸਤੋਦਰਾ ਦਾ ਕਿ ਸਤੋਦਰਾ ਸਤੋਦਰਾ ਔਂਕੜ ਨਹੀਂ ਹੈ ਇੱਥੇ ਲਿਖਿਆ ਨਹੀਂ ਔਂਕੜ ਲਿਖਿਆ ਠੀਕ ਹੈ ਜੀ ਤੇ ਤੁਸੀਂ ਕਿਵੇਂ ਕਹਿ ਰਹੇ ਸੀਗੇ ਸਤੋਦਰਾ ਇੱਥੇ ਗੁਰਕੇ ਸਾਹਿਬ ਵਿੱਚ ਸਤੋਦਰਵ ਲਿਖਿਆ ਆ ਸਤੋਦਰਵ ਨਾਨੇ ਕਿ ਸਤਲੁਜ ਮੈਂ ਹੋਰ ਟਕਸਾਲ ਦੇ ਗੁਰਕੇ ਸਾਹਿਬ ਦੇਖ ਸਕਦਾ ਹਾਂ ਕਿੱਥੇ ਕੀ ਲਿਖਿਆ ਇੱਕ ਬਾਬਾ ਜੀ ਜਿਹੜਾ ਹਾਂਜੀ ਸਿਗਰੀ ਪੜਨਾ ਜਾਂ ਸਗਰੀ ਪੜਨਾ ਸਤੋਦਰਵ ਲਿਖਿਆ ਇੱਥੇ ਟਕਸਾਲ ਦੇ ਗੁਰਕੇ ਸਾਹਿਬ ਵਿੱਚ ਵੀ ਦੁਬਾਰਾ ਕਹੋਗੇ ਸਿਗਰੀ ਪੜਨਾ ਸਿਗਰੀ ਸ੍ਰਿਸ਼ਟ ਜਾਂ ਸਗਰੀ ਸ੍ਰਿਸ਼ਟ ਸਗਰੀ ਸ੍ਰਿਸ਼ਟ ਦਿਖਾਇਆ ਚੰਪਾ ਇੱਥੇ ਕਿਵੇਂ ਲਿਖਿਆ ਸਗਰੀ ਹੈ ਨਾ ਠੀਕ ਹੈ ਵੀ ਪਾਠ ਅੰਤਰ ਕੀ ਗੁਰਕੇ ਸਾਹਿਬ 'ਚ ਹੈਗਾ ਇੱਦਾਂ ਤੇ ਜਿਵੇਂ ਟਕਸਾਲ ਵਿੱਚ ਸਗਰੀ ਸ੍ਰਿਸ਼ਟ ਦਿਖਾਇਆ ਚੰਪਾ ਵਿਦਾ ਕਰਦੇ ਆ ਇੱਥੇ ਸਗਰੀ ਲਿਖਿਆ ਨਾ ਠੀਕ ਹੈ ਜੀ ਠੀਕ ਹੈ ਜੀ ਫਤਿਹ ਦੇ ਵਿੱਚ ਜਿਹੜੀ ਆਪਾਂ ਆਮ ਬੋਲਦੇ ਹਾਂ